ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਜੇ ਨਾ ਚਲੋ ਤੇ ਹੇਠਾਂ ਤੁਮ ਹੀ, ਭੁਗਤਾਵਨ ਕੋ ਕਛ ਲਿਆਵੋ ਹੋ ਜਾਈ। ਆਨਨ ਤੇ ਬਿਗ ਸੇ ਗੁਰ ਬੋਲਤ, पाओ पिखा तुम ते तृप्ताई। खाने की चाह न और रही, मिलवाक अलाए रहे हर खाई। मंगल नाथ चलो तुम अग्रज, आवत है ना बेलंब है काई। वाहिगुरु जी का खालसा वाहिगुरु जी की फतेह। परम सन्मानयोग चवर छतर तख्त दे मालक ਸਾਹਿਬ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਭਾਵਨਾ ਅਦਬ ਅਕੀਦਤ ਨਾਲ ਨਮਸਕਾਰ ਕਰਕੇ ਜਨਮ ਸਫਲਾ ਰਹੇ ਸਤ ਸੰਗੀ ਜਨੋ। ਸਮਾਂ ਹੈ ਪਾਵਨ ਗੁਰ ਇਤਿਹਾਸ ਦੀ ਕਥਾ ਵਾਰਤਾ ਸਰਵਣ ਕਰ ਰਹੇ ਹਾਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਗਤ ਗੁਰੂ ਮਹਾਰਾਜ ਸੁਮੇਰ ਪਰਬਤ ਦੇ ਅਸਥਾਨ ਤੇ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ ਹੋਏ ਹਨ। ਰਸਤੇ ਦੇ ਅੰਦਰ ਕਈ ਸਿੱਧਾਂ ਨੇ ਆਣ ਕੇ ਮਹਾਰਾਜੀਆਂ ਦਾ ਰਸਤਾ ਰੋਕਿਆ ਔਰ ਇਉਂ ਕਹਿ ਲਈਏ ਜਿਵੇਂ ਇੱਕ ਟਟਹਿਣਾ ਆਣ ਕਰਕੇ ਸੂਰਜ ਨੂੰ ਰੋਸ਼ਨੀ ਵਿਖਾਉਣੀ ਚਾਹੇ, ਇਸ ਪ੍ਰਕਾਰ ਪਾਤਸ਼ਾਹ ਜੀਆਂ ਨੂੰ ਆਪਣੇ ਮਾਰਗ ਵੱਲ ਭਰਮਾਉਣਾ ਚਾਹੁੰਦੇ ਹਨ। ਬੜੀ ਉਹਨਾਂ ਨੇ ਕੋਸ਼ਿਸ਼ ਕੀਤੀ ਪਾਤਸ਼ਾਹ ਜੀਆਂ ਨੂੰ ਇਸ ਵਿਧ ਭਰਮਾਉਣ ਦੀ। ਕੱਲ ਰੋਜ਼ ਦੇ ਦੀਵਾਨਾਂ ਅੰਦਰ ਸਾਧ ਸੰਗਤ ਜੀਓ ਸਰਵਣ ਕੀਤਾ ਸੀ ਕਿ ਗੋਪੀ ਚੰਦ ਔਰ ਈਸ਼ਰਨਾਥ ਧੰਨ ਗੁਰੂ ਨਾਨਕ ਦੇਵ ਮਹਾਰਾਜੀਆਂ ਦੇ ਕੋਲ ਆਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੱਗੇ ਕਹਿਣ ਕਿ ਮੌਤ ਦਾ ਜਿਹੜਾ ਡਰ ਹੈ ਪਾਤਸ਼ਾਹ ਜੀ ਇਹਨੂੰ ਦੂਰ ਕਰਵਾਓ। ਗੁਰੂ ਗੋਰਖ ਕੋਲ ਮਿਲ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਲੱਗੇ ਕਹਿਣ ਭਾਈ ਮੈਨੂੰ ਪਹਿਲਾਂ ਇਹ ਗੱਲ ਦੱਸ ਮਰਦਾ ਕੌਣ ਹੈ, ਮੌਤ ਕਿਸ ਦੀ ਹੁੰਦੀ ਹੈ? ਕਿਉਂਕਿ ਆਤਮਾ ਤਾਂ ਅਨਿੱਤ ਹੈ, ਆਤਮਾ ਦੀ ਤਾਂ ਮੌਤ ਹੁੰਦੀ ਨਹੀਂ, ਤਤ ਮਰਦੇ ਨਹੀਂ, ਤਤ ਤਾਂ ਜਾ ਸਮਾਉਂਦੇ ਹਨ। ਮੌਤ ਕਿਸ ਦੀ ਹੈ? ਹਾਂ ਕਿਸੇ ਥਾਂ ਤੇ ਵੱਧ ਹੈ, ਕਿਸੇ ਥਾਂ ਤੇ ਊਣ ਭਾਵ ਕਿਸੇ ਥਾਂ ਤੇ ਘੱਟ ਹੈ। ਜਦੋਂ ਪਾਤਸ਼ਾਹ ਜੀਆਂ ਨੇ ਗੋਪੀ ਚੰਦ ਨੂੰ ਇਸ ਵਿਧ ਪ੍ਰਸ਼ਨ ਕੀਤੇ, ਬੜਾ ਹੀ ਲੱਜਤ ਹੋ ਕੇ ਵਾਪਸ ਉਹ ਆਪਣੇ ਸੁਮੇਰ ਮੰਡਲੀ ਤੇ ਸਿੱਧ ਮੰਡਲੀ ਅੰਦਰ ਵਾਪਸ ਚਲਾ ਗਿਆ। ਇਹਨਾਂ ਵਿੱਚੋਂ ਇੱਕ ਜੋ ਸੀ ਮੰਗਲਨਾਥ, ਉਹ ਦਾਨਸ਼ਵਰ ਸੀ, ਸਿਆਣਾ ਸੀ, ਉਹਨੂੰ ਭੇਜਿਆ ਗੁਰੂ ਗੋਰਖ ਨੇ ਤੇ ਇਹਨੂੰ ਵੀ ਤੋਰਨ ਲੱਗਿਆ ਇਹੋ ਤਾਕੀਦ ਕੀਤੀ। ਮੰਗਲਨਾਥ ਨੇ ਅੱਗੋਂ ਕਿਹਾ ਗੁਰੂ ਗੋਰਖ ਨੂੰ, ਕਹਿੰਦੇ ਜਿਹੜਾ ਵੱਡਾ ਹੋਵੇ ਉਹਦੇ ਚਰਨੀ ਆਪ ਲੱਗੀਦਾ ਹੈ, ਉਹਨਾਂ ਨੂੰ ਚਰਨੀ ਨਹੀਂ ਲਾਈਦਾ। ਇਹਨੂੰ ਕਿਹਾ ਜਾ ਕੇ ਪੜਚੋਲ ਕਰੋ। ਇਹਨੇ ਪੁੱਛਿਆ ਮੈਂ ਪੜਚੋਲਣਾ ਕੀ ਹੈ, ਪਹਿਲਾਂ ਮੈਨੂੰ ਇਹ ਦੱਸ ਦਿਓ। ਉਹ ਪਰਮ ਅਵਤਾਰੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਰਿਪੂਰਨ ਪਰਮਾਤਮਾ ਜੀ ਦਾ ਜੋ ਅਵਤਾਰ ਹਨ, ਉਹਨਾਂ ਦਾ ਤੱਕਣਾ ਕੀ ਹੈ? ਸਰੀਰ ਤੱਕਣਾ ਹੈ, ਉਹਨਾਂ ਦੇ ਨਿਜ ਸਵਰੂਪ ਨੂੰ ਅੰਦਰ ਨੂੰ ਤੱਕਣਾ ਹੈ। ਮੈਂ ਕਿਸ ਸੰਬੰਧ ਵਿੱਚ ਜਾ ਕੇ ਵਿਚਾਰ ਕਰਨੀ ਹੈ, ਪਹਿਲਾਂ ਮੈਨੂੰ ਇਹ ਦੱਸੋ।
ਗੋਰਖ ਨੂੰ ਇਹਦੀ ਸਿਆਣਪ ਦੇ ਬਾਰੇ ਬਾਬਤ ਪਤਾ ਹੈ। ਉਹਨੇ ਕਿਹਾ ਜਿੱਦਾਂ ਵੀ ਤੇਰਾ ਚਿੱਤ ਕਰਦਾ ਹੈ ਤੂੰ ਉਸ ਥਾਂ ਤੇ ਜਾ। ਮਹਾਰਾਜੀਆਂ ਦੇ ਕੋਲ ਆਇਆ, ਸਤਿਗੁਰੂ ਜੀ ਦੇ ਚਰਨੀ ਲੱਗਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜੀਆਂ ਦੇ ਚਰਨੀ ਮੰਗਲਨਾਥ ਇਹਨਾਂ ਵਿੱਚੋਂ ਜੁੜਿਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜੀਆਂ ਨੂੰ ਕਹਿੰਦੇ ਮਹਾਰਾਜ ਆਓ ਪਾਓ ਚਰਨੀ ਮੱਤ ਦਿਓ, ਵਿਗੜੇ ਹੋਏ ਜਿਹੜੇ ਸਿੱਧ ਲੋਕ ਹਨ ਇਹਨਾਂ ਨੂੰ ਮੱਤ ਪਾਓ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਬਚਨ ਵੀ ਹਨ। ਕਹਿੰਦੇ ਜਿਹੜੇ ਧਾਰਮਿਕ ਆਗੂ ਸਨ ਆਪੋ ਆਪਣੇ ਜਿਹੜੇ ਰਾਹਾਂ ਤੋਂ ਇਹ ਭਟਕ ਚੁੱਕੇ ਸਨ। ਕੰਮ ਤਾਂ ਸੀ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦਾ, ਪਰ ਆਪ ਹੀ ਇਹ ਭਟਕ ਚੁੱਕੇ ਸਨ। ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਿੱਧ ਲੋਕਾਂ ਨੇ, ਜੋਗੀ ਲੋਕਾਂ ਵੀ, ਇਹ ਵੀ ਆਪਣੇ ਮਾਰਗ ਤੋਂ ਭਟਕ ਗਏ ਸਨ। ਸਤਿਗੁਰੂ ਮਹਾਰਾਜ ਭੁੱਲਿਆਂ ਨੂੰ ਸਿੱਧੇ ਮਾਰਗ ਵੱਲ ਪਾਉਣ ਵਾਸਤੇ ਜੋ ਗਏ ਹਨ। ਇੱਕ ਪਾਸੇ ਮਹਾਰਾਜੀਆਂ ਦੇ ਕੋਲ ਮੰਗਲਨਾਥ ਬੈਠਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਪੱਥਰ ਦੇ ਉੱਪਰ ਸਤਿਗੁਰੂ ਜੀ ਬੈਠੇ ਹੋਏ ਹਨ। ਸਤਿਗੁਰੂ ਜੀ ਦੇ ਸੰਗੀ ਮਹਾਰਾਜ ਜੀਆਂ ਦੇ ਨਾਲ ਹਨ। ਧੰਨ ਗੁਰੂ ਨਾਨਕ ਦੇਵ ਜੀ ਦੇ ਨਾਲ ਸਾਧ ਸੰਗਤ ਜੀਓ ਇਸ ਵਿਦ ਵਿਚਾਰ ਚਰਚਾ ਮੰਗਲਨਾਥ ਔਰ ਪਾਤਸ਼ਾਹ ਜੀ ਦੀ ਹੋਈ ਨੂੰ ਵਿਚਾਰ ਚਰਚਾ ਕਹਿ ਲਈਏ ਜਾਂ ਜਗਿਆਸੂ ਬਣ ਕੇ ਕਹਿ ਲਈਏ। ਕਿਉਂਕਿ ਮੰਗਲਨਾਥ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਪਾਤਸ਼ਾਹ ਜੀਆਂ ਦੇ ਨਾਲ ਬਾਕੀਆਂ ਦੀ ਤਰ੍ਹਾਂ ਕੋਈ ਵਾਦ ਵਿਵਾਦ ਨਹੀਂ ਕੀਤਾ। ਇਹ ਇੱਕ ਜਗਿਆਸੂ ਬਣ ਕੇ ਮਹਾਰਾਜ ਜੀਆਂ ਦੇ ਕੋਲ ਆਇਆ ਸੀ ਸਮੱਤ ਲੈਣ ਵਾਸਤੇ। ਸੰਤ ਮਿਲਿਆ ਕਿਛ ਸੁਣੀਆ ਕਹੀਆ, ਮਿਲਿਆ ਸੰਤ ਮਸਟ ਕਰ ਰਹੀਆ। ਪਾਤਸ਼ਾਹ ਜੀ ਦੇ ਕੋਲ ਇਹਨੇ ਬੇਨਤੀ ਰੂਪ ਦੇ ਅੰਦਰ ਜੋ ਵੀ ਇਹਦੇ ਪ੍ਰਸ਼ਨ ਸਨ ਇਹਨੇ ਬੇਨਤੀ ਰੂਪ ਵਿੱਚ ਕੀਤੇ ਨੇ ਮੰਗਲਨਾਥ ਨੇ। ਸੋ ਆਓ ਸਾਧ ਸੰਗਤ ਜੀ ਅਗੇਰੀ ਪਾਵਨ ਕਥਾ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਇਤਿਹਾਸ ਦੀ ਆਓ ਅੱਗੇ ਸਰਵਣ ਕਰੀਏ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਜੇ ਨਾ ਚਲੋ ਤੇ ਹੇਠਾਂ ਤੁਮ ਹੀ। ਇਹਨੇ ਬੇਨਤੀ ਕੀਤੀ ਪਾਤਸ਼ਾਹ ਆਓ ਕਰੋ ਕਿਰਪਾ ਸੁਮੇਰ ਪਰਬਤ ਤੇ ਚੱਲੀਏ ਜੇ ਤੁਸੀਂ ਉੱਥੇ ਨਹੀਂ ਜਾਣਾ। ਭੁਗਤਾਵਨ ਕੋ ਕਛ ਲਿਆਵੋ ਜਾਈ। ਪਾਤਸ਼ਾਹ ਫਿਰ ਛਕਣ ਵਾਸਤੇ ਮੈਂ ਕੁਝ ਇੱਥੇ ਹੀ ਤੁਹਾਡੇ ਵਾਸਤੇ ਕੁਝ ਲੈ ਆਵਾਂ। ਕਿਉਂਕਿ ਇਹ ਆਪ ਕੰਦ ਮੂਲ ਖਾਂਦੇ ਸਨ। ਇਹਨਾਂ ਨੇ ਉਹ ਜੰਗਲ ਦੇ ਵਿੱਚੋਂ ਫਲ ਤਥਾ ਜੋ ਜੜ੍ਹਾਂ ਰੁੱਖਾਂ ਦੀਆਂ ਜੜ੍ਹਾਂ ਖਾ ਕੇ ਗੁਜ਼ਾਰਾ ਕਰਨਾ। ਪਾਤਸ਼ਾਹ ਜੀ ਨੂੰ ਲੱਗੇ ਕਹਿਣ ਮਹਾਰਾਜ ਕਈ ਰੋਜ਼ ਤੋਂ ਭੁੱਖੇ ਭਾਣੇ ਹੋਵੋਗੇ। ਮਹਾਰਾਜ ਅਵਲ ਤਾਂ ਤੁਸੀਂ ਸਾਡੇ ਨਾਲ ਉੱਪਰ ਉਸ ਥਾਂ ਤੇ ਚੱਲੋ ਜੇ ਕਹਿੰਦੇ ਹੋ ਮੈਂ ਤੁਹਾਡੇ ਛਕਣ ਦਾ ਇੱਥੇ ਹੀ ਕੋਈ ਪ੍ਰਬੰਧ ਕਰਾਂ। ਆਨਨ ਤੇ ਬਿਗਸੇ ਗੁਰ ਬੋਲਤ। ਸਤਿਗੁਰੂ ਜੀ ਮੁਬਾਰਕ ਮੁਖੜੇ ਤੋਂ ਰਸਨਾ ਤੋਂ ਮਹਾਰਾਜ ਜੀ ਬਚਨ ਕਰਦੇ ਹਨ। ਭਾਉ ਪੇਖਾ ਤੁਮ ਤੇ ਤ੍ਰਿਪਤਾਈ। ਮਹਾਰਾਜ ਮੰਗਲਨਾਥ ਨੂੰ ਲੱਗੇ ਕਹਿਣ ਕਹਿੰਦੇ ਸੀ ਤਾਂ ਤੇਰਾ ਪਿਆਰ ਵੇਖ ਕੇ ਹੀ ਰੱਜ ਗਏ ਹਾਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਤਾਂ ਤੇਰਾ ਪਿਆਰ ਵੇਖ ਕੇ ਜਿੰਨਾ ਤੂੰ ਪ੍ਰੇਮ ਦੇ ਸਹਿਤ ਬਾਤ ਕੀਤੀ ਹੈ ਅਸੀਂ ਤਾਂ ਤੇਰਾ ਪ੍ਰੇਮ ਵੇਖ ਕੇ ਹੀ ਰੱਜ ਗਏ ਹਾਂ। ਕੋਈ ਪ੍ਰੇਮ ਦੇ ਸਹਿਤ ਸਾਧ ਸੰਗਤ ਜੀਓ ਕੋਈ ਜਾਂ ਕਿਸੇ ਥਾਂ ਤੇ ਕੋਈ ਵਰਤਾਰੇ ਅੰਦਰ ਬੰਦਾ ਪਹੁੰਚ ਜਾਏ, ਕੋਈ ਬੜੇ ਪ੍ਰੇਮ ਦੇ ਸਹਿਤ ਸੁੱਕੀ ਰੋਟੀ ਉੱਪਰ ਭਾਵੇਂ ਅਚਾਰ ਰੱਖ ਕੇ ਪ੍ਰੇਮ ਸਹਿਤ ਹੀ ਖਿਲਾ ਦੇਵੇ ਬੰਦਾ ਉਹਦੇ ਪ੍ਰੇਮ ਦੇ ਨਾਲ ਹੀ ਰੱਜ ਜਾਂਦਾ। ਕਹਿੰਦੇ ਜੀ ਮੈਂ ਤੇਰੇ ਪ੍ਰੇਮ ਦੇ ਨਾਲ ਹੀ ਤ੍ਰਿਪਤ ਹੋ ਗਿਆ। ਤੇ ਜੇ ਲੁੱਚ ਕਰਦਿਆਂ ਭਾਵੇਂ ਉਹ ਨਾਨਾ ਪ੍ਰਕਾਰ ਦਾ ਭੋਜਨ ਥਾਲ ਅੱਗੇ ਪਰੋਸਦੇ ਮੁੱਖੋਂ ਈਰਖਾ ਵਸ ਹੋ ਕਰਕੇ ਫਿਰ ਉਹ ਵੀ ਭੋਜਨ ਵੀ ਬੰਦੇ ਨੂੰ ਤ੍ਰਿਪਤ ਨਹੀਂ ਕਰ ਸਕਦਾ। ਮਹਾਰਾਜ ਜੀ ਲੱਗੇ ਕਹਿਣ ਮੰਗਲਨਾਥ ਤੇਰਾ ਪ੍ਰੇਮ ਵੇਖ ਕਰਕੇ ਅਸੀਂ ਰੱਜ ਗਏ ਹਾਂ।
ਖਾਣੇ ਕੀ ਚਾਹੇ ਨਾ ਔਰ ਰਹੀ। ਪਾਤਸ਼ਾਹ ਕਹਿੰਦੇ ਹੋਰ ਕੋਈ ਖਾਣ ਦੀ ਭੋਜਨ ਛਕਣ ਦੀ ਮੰਗਲਨਾਥ ਇੱਛਾ ਹੀ ਨਹੀਂ ਰਹੀ। ਮਿਲਵਾ ਕੇ ਲਾਏ ਰਹੇ ਹਰ ਖਾਈ। ਤੈਨੂੰ ਮਿਲ ਕਰਕੇ ਅਸੀਂ ਬੜੇ ਪ੍ਰਸੰਨ ਹੋਏ ਹਾਂ। ਮੰਗਲਨਾਥ ਚਲੋ ਤੁਮ ਅਗਰਜ। ਮੰਗਲਨਾਥ ਤੁਸੀਂ ਕੰਮ ਕਰੋ, ਤੁਸੀਂ ਅੱਗੇ ਅੱਗੇ ਚੱਲੋ, ਅਸੀਂ ਤੁਹਾਡੇ ਪਿੱਛੇ ਛੇਤੀ ਆਉਨੇ ਹਾਂ। ਆਵਤ ਹੈ ਨਾ ਬੇਲੰਬੈ ਹੈ ਕਾਈ। ਅਸੀਂ ਬਹੁਤਾ ਸਮਾਂ ਨਹੀਂ ਲਾਉਂਦੇ, ਤੁਸੀਂ ਉੱਥੇ ਚੱਲੋ, ਜਾ ਕੇ ਤੁਸੀਂ ਮਹਾਰਾਜ ਜੀ ਸਾਡੇ ਆਉਣ ਦੀ ਤੁਸੀਂ ਉੱਥੇ ਖਬਰ ਕਰੋ। ਸੋਰਠਾ ਸ਼੍ਰੀ ਗੁਰ ਕੋ ਹਰਖਾਏ ਆਪ ਹਰਖਿਉਰ ਬਹੁਤ ਕਰ। ਸਤਿਗੁਰੂ ਜੀਆਂ ਤੋਂ ਪ੍ਰਸੰਨ ਹੋ ਕੇ ਸਤਿਗੁਰੂ ਜੀ ਵੀ ਇਹਦੀ ਮਿਲਣੀ ਨਾਲ ਪ੍ਰਸੰਨ ਹੋਏ ਤੇ ਮੰਗਲਨਾਥ ਵੀ ਪ੍ਰਸੰਨ ਹੋਇਆ। ਬੰਧਨ ਕਰ ਸਿਰ ਨਾਏ ਮੰਗਲ ਗਇਓ ਸੁਮੇਰ ਪੈ। ਮਹਾਰਾਜ ਜੀਆਂ ਨੂੰ ਕਰਕੇ ਚਰਨਾਂ ਦੇ ਪਾਤਸ਼ਾਹ ਜੀ ਦੇ ਨਮਸਕਾਰ ਔਰ ਆਗਿਆ ਲੈ ਕੇ ਇਹ ਸੁਮੇਰ ਪਰਬਤ ਤੇ ਵਾਪਸ ਚਲਾ ਗਿਆ। ਮਰਹਰੀ ਛੰਦ ਬੂਝੈ ਮਰਦਾਨਾ ਪ੍ਰਭੂ ਸੁਜਾਨਾ ਇਹ ਜੋਗੀ ਜੋ ਆਏ। ਭਾਈ ਮਰਦਾਨਾ ਮਹਾਰਾਜ ਜੀ ਨੂੰ ਪੁੱਛਦੇ ਨੇ, ਪਾਤਸ਼ਾਹ ਬੜੀ ਅਚਰਜ ਜੀ ਖੇਡ ਬਣ ਗਈ ਮਹਾਰਾਜ। ਜੋਗੀ ਤਾਂ ਪਹਿਲਾਂ ਵੀ ਆਏ, ਉਹਨਾਂ ਜੋਗੀਆਂ ਵਿੱਚੋਂ ਇਹ ਵੀ ਇੱਕ ਆਇਆ ਮਹਾਰਾਜ ਜਿਹੜਾ ਇਹ ਜੋਗੀ ਆਇਆ ਸੀ। ਕੋਮਲ ਮੁਖ ਬੈਨਾ ਮਨ ਮਹਿ ਚੈਨਾ ਜਿਹ ਕੋ ਸੁਭਗ ਸੁਭਾਏ। ਮਹਾਰਾਜ ਵੇਖੋ ਇਹਦੇ ਬੋਲ ਕਿੰਨੇ ਮਿੱਠੇ ਸਨ, ਕਿੰਨਾ ਮਿੱਠਾ ਬੋਲਦਾ ਸੀ, ਤਥਾ ਜਿਹੜਾ ਇਹਦਾ ਸੁਭਾਅ ਕਿੰਨਾ ਸਿੱਧਾ ਇਹਦਾ ਸੁਭਾਅ ਸੀ। ਬਹੁ ਭਾਉ ਸੁਕੀਨੋ ਤਵ ਜਸ ਚੀਨੋ ਨਹੀਂ ਉਚਾਰਾ ਬਾਦ। ਪਾਤਸ਼ਾਹ ਇਹਨੇ ਤੁਹਾਡੀ ਉਸਤਤ ਕੀਤੀ ਹੈ, ਮੁਖੋ ਕੋਈ ਵੀ ਇਹਨੇ ਕੋਈ ਝਗੜਾਲੂ ਬਾਤ, ਕੋਈ ਪੱਖਵਾਦ, ਕੋਈ ਇਸ ਪ੍ਰਕਾਰ ਇਹਨੇ ਕੋਈ ਕੜਵੇ ਬਚਨ ਨਹੀਂ ਬੋਲੇ। ਮਿਲ ਕਰ ਹਰ ਖਾਇਓ ਔਰ ਸੁਖ ਪਾਇਓ ਕਰਿਓ ਤੁਮੈ ਅਹਲਾਦ। ਪਾਤਸ਼ਾਹ ਮਿਲ ਕਰਕੇ ਆਪ ਵੀ ਪ੍ਰਸੰਨ ਹੋਇਆ ਹੈ, ਸਤਿਗੁਰੂ ਇਹਨੇ ਆਪ ਜੀਆਂ ਨੂੰ ਵੀ ਪ੍ਰਸੰਨ ਕੀਤਾ ਹੈ ਇਸ ਮੰਗਲਨਾਥ ਨੇ। ਗੁਰਵਾਕ ਬਖਾਨੇ ਸੁਨ ਮਰਦਾਨੇ ਇੱਕ ਜੈਸੇ ਸਭ ਨਾਹੇ। ਸਤਿਗੁਰੂ ਮਹਾਰਾਜ ਲੱਗੇ ਕਹਿਣ, ਭਾਈ ਮਰਦਾਨੇ ਜੀ ਨੂੰ, ਮਰਦਾਨਿਆ ਸੁਣ, ਕਿਸੇ ਵੀ ਥਾਂ ਤੇ ਚਲੇ ਜਾਈਏ ਇੱਕ ਜੈਸਾ ਸੁਭਾਅ ਤਾਂ ਸਾਰਿਆਂ ਦਾ ਨਹੀਂ ਹੁੰਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਘਰ ਦੇ ਅੰਦਰ ਕੋਈ ਤਿੰਨ ਭਰਾ ਨੇ, ਭਰਾਵਾਂ ਦਾ ਸੁਭਾਅ ਨਹੀਂ ਮਿਲਦਾ, ਇਹ ਤਾਂ ਫਿਰ ਸਿੱਧ ਮੰਡਲੀ ਵਿੱਚ ਸਾਰੇ ਬੈਠੇ ਹਨ। ਸਾਰੇ ਕੋਈ ਵੀ ਇੱਕ ਥਾਂ ਤੇ ਹੋਵੇ, ਕਿਸੇ ਦਾ ਇੱਕ ਤਰ੍ਹਾਂ ਦਾ, ਸਾਰਿਆਂ ਦਾ ਸੁਭਾਅ ਇੱਕ ਤਰ੍ਹਾਂ ਦਾ ਨਹੀਂ ਹੁੰਦਾ। ਧਾਰੈ ਬਹੁ ਬੇਖਾ ਦੰਭ ਵਿਸ਼ੇਖਾ ਨਹਿ ਕੋ ਕਰਮ ਕਮਾਹੇ। ਉਹਨਾਂ ਬਾਕੀਆਂ ਨੇ ਜ਼ਰੂਰ ਵੇਸ਼ ਤਾਂ ਜ਼ਰੂਰ ਧਾਰਨ ਕੀਤਾ ਹੋਇਆ ਹੈ, ਪਰ ਉਹ ਨਿਰਾ ਧਾਰ ਦੇ ਪਖੰਡ ਹਨ। ਧਾਰਾਂ ਉਹਨਾਂ ਵਸੇਖਾ, ਉਹਨਾਂ ਨੇ ਆਪਣੇ ਪਿੰਡੇ ਉੱਪਰ ਜੋ ਨਾਨਾ ਪ੍ਰਕਾਰ ਦਾ ਇਹ ਵੇਸ਼ ਭੂਸ਼ਾ ਕੱਲੀ ਬਣਾਈ ਹੋਈ ਹੈ, ਪਰ ਉਹ ਕਰਮ ਨਹੀਂ ਕਮਾਉਂਦੇ। ਪੂਰਨ ਮਦ ਕੋਟਾ ਤਿਨ ਨਹਿ ਤੋਟਾ ਜਿਉ ਬਾਹਰ ਤਿਉ ਅੰਤਰ। ਪਰ ਉਹ ਕਹਿਣ ਲੱਗੇ ਕਰੋੜਾਂ ਦੇ ਵਿੱਚ ਕੋਈ ਇੱਕ ਅੱਧਾ ਵਿਰਲਾ ਹੁੰਦਾ ਹੈ ਜਿਹੜਾ ਜਿਸਾ ਸੁਭਾਅ ਅੰਦਰ ਜਿਹਦਾ ਹੋਵੇ ਉਦਾਂ ਦਾ ਸੁਭਾਅ ਹੀ ਉਹਦਾ ਬਾਹਰ ਹੁੰਦਾ ਹੈ। ਕਰੁਣਾ ਕਰਤਾਰੰ ਜਿਹ ਪਰ ਧਾਰੰ ਤਿਹੁ ਸੁਮਤ ਨਿਰੰਤਰ। ਹਾਂ, ਜਿਹਦੇ ਉੱਪਰ ਮਾਲਕ ਜੀ ਨੇ ਕੋਈ ਤਰਸ ਕੀਤਾ ਹੈ ਉਹਦਾ ਦਾ ਇਦਾਂ ਦਾ ਸੁਭਾਅ ਬਣ ਗਿਆ। ਕਰੁਣਾ ਕਰਤਾਰੰ, ਜਿਹਦੇ ਉੱਪਰ ਕਰਤਾਰ ਦੀ ਕਿਰਪਾ ਹੋ ਗਈ, ਜਿਹਨੂੰ ਮਾਲਕ ਜੀਆਂ ਨੇ ਇਹ ਸੁਮਤ ਮਾਲਕ ਜੀ ਨੇ ਬਖਸ਼ ਦਿੱਤੀ। ਦੋਹਰਾ ਮਰਦਾਨਾ ਪੁਨ ਬਚਕ ਹੈ ਚਲੀਏ ਅਬ ਹੈ ਸੁਮੇਰ। ਫਿਰ ਭਾਈ ਮਰਦਾਨਾ ਜੀ ਦੇ ਚਿੱਤ ਵਿੱਚ ਆਇਆ, ਪਾਤਸ਼ਾਹ ਚਲੋ ਆਪਾਂ ਸੁਮੇਰ ਪਰਬਤ ਤੇ ਚੱਲੀਏ। ਮਹਾਰਾਜ ਆਓ ਹੁਣ ਦੇਰੀ ਨਾ ਕਰੀਏ। ਸਭ ਸਿੱਧਨ ਕੋ ਦੇਖੀਏ ਕਿਉਂ ਕਿੰਨੀ ਪ੍ਰਭ ਦੇਰ। ਪਾਤਸ਼ਾਹ ਜਿਹੜੇ ਬਾਕੀ ਸਿੱਧ ਜਿਹੜੇ ਨਹੀਂ ਅਜੇ ਆਏ, ਆਓ ਆਪਾਂ ਉਹਨਾਂ ਨੂੰ ਜਾ ਕੇ ਤੱਕੀਏ। ਗੁਰਦੇਵ ਜੀ ਦੇਰੀ ਕਿਉਂ ਕੀਤੀ ਹੈ? ਸੋਰਠਾ ਬੋਲੇ ਬਹੁਰ ਕਿਰਪਾਲ ਏਕ ਸਿੱਧ ਆਵਨ ਰਹਿਓ। ਸਤਿਗੁਰੂ ਅੰਤਰਜਾਮੀ ਦਿਲਾਂ ਦੀਆਂ ਜਾਣਨ ਹਾਰੇ ਪਾਤਸ਼ਾਹ ਮਹਾਰਾਜ ਕਹਿੰਦੇ, ਮਰਦਾਨਾ ਜੀ ਤੁਰ ਤਾਂ ਪੈਂਦੇ। ਮਰਦਾਨਿਆਂ ਇੱਕ ਜਿਹੜਾ ਸਿੱਧ ਹੈ ਇਹਨਾਂ ਵਿੱਚੋਂ ਉਹ ਆਉਣਾ ਅਜੇ ਰਹਿ ਗਿਆ ਹੈ। ਮਹਾਰਾਜ ਜੀ ਲੱਗੇ ਕਹਿਣ, ਅਜੇ ਇਹਨਾਂ ਵਿੱਚੋਂ ਇੱਕ ਸਿੱਧ ਹੈ, ਉਹਨੇ ਅਜੇ ਆਉਣਾ ਹੈ। ਜਿਹ ਮਨ ਮਾਨ ਵਿਸਾਲ ਸ਼ੰਭੂਨਾਥ ਤਿਹ ਨਾਮ ਹੈ। ਜਿਹਦੇ ਮਨ ਦੇ ਅੰਦਰ ਬੜਾ ਵੱਡਾ ਅਹੰਕਾਰ ਪਾਲੀ ਬੈਠਾ ਹੈ, ਉਹ ਕਹਿੰਦਾ ਵੀ ਮੇਰੇ ਵਰਗਾ ਕੋਈ ਸਿੱਧ ਹੋਰ ਹੈ ਹੀ ਨਹੀਂ।
ਤੇ ਮਹਾਰਾਜ ਕਹਿੰਦੇ ਜੀ, ਭਾਈ ਮਰਦਾਨਾ ਜੀ ਪੁੱਛਦੇ ਪਾਤਸ਼ਾਹ ਉਹ ਕਿਹੜਾ ਹੈ? ਮਹਾਰਾਜ ਕਹਿੰਦੇ ਸ਼ੰਭੂਨਾਥ ਉਹਦਾ ਨਾਂ ਹੈ। ਸ਼ੰਭੂਨਾਥ ਨਾਮ ਦਾ ਜਿਹੜਾ ਸਿੱਧ ਹੈ ਉਹ ਅਜੇ ਆਉਣ ਤੋਂ ਰਹਿੰਦਾ ਹੈ। ਅੜਿਲ ਸੁਨ ਮਰਦਾਨੇ ਸ਼ਰੋਨ ਸੋ ਬੈਨ ਬਖਾਨ ਹੈ। ਭਾਈ ਮਰਦਾਨਾ ਜੀ ਨੇ ਬੋਲ ਸੁਣੇ, ਬੋਲ ਸੁਣ ਕੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਮੰਗਲ ਤੇ ਸੋ ਵਿਸਾਲ ਕਿਦੋਂ ਸਮਾਨ ਹੈ। ਪਾਤਸ਼ਾਹ ਮੈਨੂੰ ਦੱਸੋ ਉਹ ਮੰਗਲ ਨਾਲੋਂ ਵੀ ਸਿਆਣਾ ਹੈ? ਮੰਗਲ ਨਾਲੋਂ ਮੱਤ 'ਚ ਵੱਡਾ ਹੈ ਕਿ ਉਹਦੇ ਬਰਾਬਰ ਹੈ? ਪਾਤਸ਼ਾਹ ਦੱਸੋ ਮੈਨੂੰ ਉਹ ਕੈਸਾ ਹੈ? ਵੱਡਾ ਹੈ, ਮੰਗਲਨਾਥ ਤੋਂ ਵੀ ਸਿਆਣਾ ਹੈ ਕਿ ਉਹ ਉਕ ਸਮਾਨ ਹੈ? ਅਬੈ ਉਡੀਕਤ ਜਾਹਿ ਕਹੋ ਤੇ ਗਾਥ ਜੋ। ਜਿਸ ਨੂੰ ਆਪਾਂ ਉਡੀਕ ਰਹੇ ਹਾਂ ਪਾਤਸ਼ਾਹ ਉਹਦੇ ਬਾਬਤ ਦੱਸੋ। ਹੋ ਬੋਲੇ ਉਤਰ ਦੇਨ ਜਗਤ ਕੇ ਨਾਥ ਜੋ। ਪਾਤਸ਼ਾਹ ਜਗਤ ਦੇ ਨਾਥ ਭਾਈ ਮਰਦਾਨਾ ਜੀ ਨੂੰ ਉੱਤਰ ਬਚਨ ਦੇਣ ਲੱਗੇ। ਸਵਈਆ ਗੋਰਖਨਾਥ ਤੇ ਆਦ ਜੇ ਸਿੱਧ। ਪਾਤਸ਼ਾਹ ਕਹਿੰਦੇ ਭਾਵੇਂ ਕੋਈ ਗੋਰਖ ਹੈ, ਭਾਵੇਂ ਜਿੰਨੇ ਵੀ ਉਹਦੇ ਸਿੱਧ ਨੇ, ਹੈ ਮੰਗਲਨਾਥ ਸਬੈ ਤੇ ਮਹਾਨਾ। ਮਹਾਰਾਜ ਕਹਿੰਦੇ ਮੰਗਲਨਾਥ ਉਹਨਾਂ ਸਾਰਿਆਂ ਦੇ ਵਿੱਚੋਂ ਸੁਗੜ ਸਿਆਣਾ ਹੈ। ਭਾਵੇਂ ਉਹਨਾਂ ਦਾ ਗੁਰੂ ਗੋਰਖ ਹੈ, ਭਾਵੇਂ ਉਹ ਈਸ਼ਰਨਾਥ ਹੈ, ਚਰਪਟਨਾਥ ਹੈ, ਭਾਵੇਂ ਉਹਨਾਂ ਦੇ ਵਿੱਚੋਂ ਲੰਗਰਨਾਥ ਹੈ, ਜਿਤਨੇ ਵੀ ਨੇ ਇਹਨਾਂ ਵਿੱਚੋਂ ਮੰਗਲਨਾਥ ਮਹਾਨ ਹੈ। ਭੇਖ ਧਰਾ ਤਨ ਸਿੱਧਨ ਕੋ। ਜਿਨੇ ਆਪਣੇ ਤਨ ਦੇ ਉੱਪਰ ਸਿੱਧਾਂ ਵਾਲਾ ਭੇਖ ਧਰਿਆ ਹੈ। ਤਿਨ ਤੇ ਇਹ ਕੋ ਪਦ ਊਚ ਸੋ ਜਾਨਾ। ਉਹਨਾਂ ਵਿੱਚੋਂ ਇਹ ਇੱਕ ਪਦਵੀ ਉੱਪਰ ਹੈ, ਉੱਚਾ ਇਹਦਾ ਮਰਾਤਬਾ, ਇਹਦਾ ਰੁਤਬਾ ਉੱਚਾ ਹੈ ਮੰਗਲਨਾਥ ਦਾ। ਜੇ ਮਨ ਵਿੱਚ ਬੇਕਾਰ ਅਜੈ। ਜੇ ਉਹਦੇ ਚਿੱਤ ਦੇ ਅੰਦਰ ਭਾਵ ਜੇ ਕਿਸੇ ਪ੍ਰਕਾਰ ਦਾ ਕੋਈ ਵਿਕਾਰ ਹੋਵੇ, ਸਭ ਜੀਤ ਭਲੇ ਤਿਨ ਖੋਜ ਮੇਟਾਨਾ। ਇਹਨੇ ਆਪਣੇ ਅੰਦਰ ਦੇ ਵਿਕਾਰਾਂ ਨੂੰ ਖਤਮ ਕਰਕੇ ਭਾਵ ਇਹਨੇ ਆਪਣੇ ਅੰਦਰ ਨੂੰ ਸ਼ੁੱਧ ਕੀਤਾ ਹੈ। ਪੂਰਨ ਸੰਤ ਨਸਾਇ ਕੈ ਆਪ ਕੋ। ਔਰ ਹਰ ਤਰ੍ਹਾਂ ਦੇ ਨਾਲ ਇਹ ਆਪਣੇ ਅੰਦਰ ਭਾਵ ਪੂਰਨ ਹੈ। ਮਨ ਬਿਹੀਨ ਭਇਓ ਸੁਖ ਮਨ। ਔਰ ਅਹੰਕਾਰ ਤੋਂ ਇਹ ਮੰਗਲਨਾਥ ਰਹਿਤ ਹੋ ਗਿਆ ਹੈ। ਮਾਨ ਬਹੀਨ ਇਹ ਅਹੰਕਾਰ ਤੋਂ ਰਹਿਤ ਮੰਗਲਨਾਥ ਬਣਿਆ ਹੈ। ਮਰ ਹਰੀ ਛੰਦ ਬੂਝੈ ਮਰਦਾਨਾ ਊਚ ਬਖਾਨਾ ਕਿਉ ਗੋਰਖ ਗੁਰ ਕੀਨ। ਫਿਰ ਪਾਤਸ਼ਾਹ ਜੇ ਮੰਗਲਨਾਥ ਮਹਾਨ ਹੈ, ਫਿਰ ਇਹਨੇ ਗੋਰਖ ਨੂੰ ਗੁਰੂ ਕਿਉਂ ਧਾਰਨ ਕੀਤਾ? ਪਾਤਸ਼ਾਹ ਜੇ ਇਹ ਮੰਗਲਨਾਥ ਇਹਨਾਂ ਸਾਰਿਆਂ ਸਿੱਧਾਂ ਵਿੱਚੋਂ ਮਹਾਨ ਹੈ, ਤੇ ਫਿਰ ਇਹਨੇ ਗੋਰਖ ਨੂੰ ਗੁਰੂ ਧਾਰਨ ਕਿਉਂ ਕੀਤਾ ਹੈ? ਜੋ ਨਿਜ ਤੇ ਲਗ ਕਸ ਭਾ ਤੇ ਸਿੱਖ ਕਸ ਬੇਖ ਸਿੱਧ ਕੋ ਲੀਨ। ਜਿਹੜਾ ਉਹਦੇ ਤੋਂ ਛੋਟਾ ਹੈ ਉਹਨੂੰ ਗੁਰੂ ਕਿਵੇਂ ਇਹਨਾਂ ਨੇ ਧਾਰਨ, ਭਾਵ ਮੰਗਲਨਾਥ ਨੇ ਧਾਰਨ ਕਿਵੇਂ ਕਰ ਲਿਆ? ਕਸ ਬੇਖ ਸਿੱਧ ਕੋ ਲੀਨ, ਇਹਨੇ ਇਹਦੇ ਕੋਲੋਂ ਇਹ ਸਿੱਧਾਂ ਵਾਲਾ ਭੇਖ ਕਿਉਂ ਧਾਰਨ ਕੀਤਾ? ਸ਼੍ਰੀ ਗੁਰ ਕਹਿਵਾ ਕਾ ਮਿਲਿਓ ਜੋ ਪ੍ਰਾਕਾ ਗੋਰਖ ਇਹ ਕੋ ਆਏ। ਪਾਤਸ਼ਾਹ ਕਹਿੰਦੇ ਇਹ ਭਾਵੇਂ ਮਹਾਨ ਹੈ, ਪਰ ਇਹਨੂੰ ਗੱਲ ਕੀ ਬਣੀ? ਗੋਰਖ ਪਹਿਲਾਂ ਇਸ ਮਾਰਗ ਵਾਲੇ ਪਾਸੇ ਤੁਰਿਆ ਹੋਇਆ ਸੀ, ਇਹ ਅਜੇ ਤੁਰਿਆ ਨਹੀਂ ਸੀ। ਇਹਨੂੰ ਤੋਰਿਆ ਗੋਰਖ ਨੇ ਹੀ ਹੈ ਮੰਗਲਨਾਥ ਨੂੰ ਇਸ ਮਾਰਗ ਵਾਲੇ ਪਾਸੇ। ਇਹਨੂੰ ਪਹਿਲਾਂ ਆਣ ਕੇ ਗੋਰਖ ਪਹਿਲਾਂ ਆਣ ਕੇ ਮਿਲਿਆ। ਗੁਰਿਆਂ ਤੇ ਕੀਨੋ ਬੇਖੈ ਲੀਨੋ ਪਦ ਊਚੋ ਇਹ ਪਾਏ। ਪਰ ਇਹਨਾਂ ਨੇ ਗੁਰੂ ਇਹਨੇ ਧਾਰਨ ਫਿਰ ਇਹਨੂੰ ਕੀਤਾ ਗੋਰਖਨਾਥ ਨੂੰ। ਗੋਰਖਨਾਥ ਨੇ ਇਹਨੂੰ ਬੇਖ ਪਵਾਇਆ। ਉਹ ਤਨ ਦੇ ਉੱਪਰ ਸਾਰੀ ਜਿਹੜੀ ਜੋਗੀਆਂ ਵਾਲੀ ਜੁਗਤੀ ਸੀ, ਤਨ ਦੇ ਉੱਪਰ ਗੇਰੂ ਰੰਗ ਦੇ ਵਸਤਰ ਪਵਾਏ, ਪਿੰਡੇ ਤੇ ਭਸਮ ਮਲੀ, ਕੰਨ ਇਹਦੇ ਚ ਦਵਾਏ ਗੋਰਖ ਨੇ। ਪਰ ਰਸਤੇ ਉੱਪਰ ਦੋਵੇਂ ਜਣੇ ਇੱਕੋ ਰਸਤੇ ਉੱਪਰ ਚੱਲਦਿਆਂ ਚੱਲਦਿਆਂ ਮੰਗਲਨਾਥ ਆਪਣੇ ਗੁਰੂ ਤੋਂ ਵੀ ਅੱਗੇ ਲੰਘ ਗਿਆ। ਤੋਰਿਆ ਭਾਵੇਂ ਉਹਨੇ ਹੈ ਚਿੰਗ, ਭਾਵੇਂ ਗੋਰਖਨਾਥ ਨੇ ਲਾਈ ਹੈ, ਪਰ ਤੁਰਦਿਆਂ ਹੋਇਆ ਮੰਗਲਨਾਥ ਆਪਣੇ ਗੁਰੂ ਤੋਂ ਵੀ ਅਧਿਆਤਮਿਕਤਾ ਦੇ ਅੰਦਰ ਇਸ ਮਾਰਗ ਵਾਲੇ ਪਾਸੇ ਅੰਦਰ ਅੱਗੇ ਲੰਘ ਗਿਆ ਹੈ। ਜਿਹਦੇ ਜੀਵਨ ਦੇ ਅੰਦਰ ਨਿਰਮਾਣਤਾ ਆ ਗਈ ਹੋਵੇ, ਜਿਹਦੇ ਜੀਵਨ ਦੇ ਅੰਦਰ ਨਿਮਰਤਾ ਆ ਗਈ ਹੋਵੇ, ਜਿਨੇ ਆਪਣੇ ਮਹਾਰਾਜੀਆਂ ਦੇ ਵੀ ਬਚਨ ਹਨ ਨਾ ਸਾਧ ਸੰਗਤ ਜੀ, ਜਿਨ ਮਿਲ ਮਾਰੇ ਪੰਚ ਸੂਰ ਵੀ ਰਹਿ ਸੋ ਕੌਣ ਬਲੀ ਰੇ। ਸੰਸਾਰ ਨੂੰ ਜਿਤਨਾ ਭਾਵੇਂ ਸੌਖਾ ਹੈ, ਪਰ ਅੰਦਰ ਨੂੰ ਜਿਤਨਾ ਮਹਾਰਾਜ ਕਹਿੰਦੇ ਭਾਈ ਬੜਾ ਕਠਿਨ ਕੰਮ ਹੈ। ਅੰਦਰ ਨੂੰ ਜਿਤਨਾ
ਸੰਸਾਰ ਦੇ ਦੁਸ਼ਮਣ ਤਾਂ ਸਾਵੇਂ ਖਲੋਤੇ ਹੋਣ, ਨਿਸ਼ਾਨੀ ਪਤਾ ਲੱਗ ਜਾਏ ਵੀ ਆਹ ਦੁਸ਼ਮਣਾਂ ਨੂੰ ਕਿਸੇ ਤਰੀਕੇ ਕੋਈ ਜਿੱਤ ਲਿਆ, ਪਰ ਜਿਹੜਾ ਕੋਈ ਅੰਦਰ ਦੇ ਜਿਹੜੇ ਵਕਾਰ ਨੇ ਬੰਦਾ ਉਹਨਾਂ ਹੱਥੋਂ ਹਾਰ ਜਾਂਦਾ ਹੈ। ਮਹਾਰਾਜ ਕਹਿੰਦੇ ਇਹਨੇ ਤਾਂ ਸਾਰੇ ਜਿਹੜੇ ਵਕਾਰ ਹਨ ਉਹਨਾਂ ਨੂੰ ਮਲਣ ਦਲਣ ਕਰ ਦਿੱਤਾ ਹੈ। ਗੁਰ ਥਾਪੀ ਦਿੱਤੀ ਕੰਡ ਜੀਓ, ਜਿਹਦੇ ਉੱਪਰ ਗੁਰੂ ਦਾ ਥਾਪੜਾ ਹੋਵੇ, ਗੁਰੂ ਦੀ ਬਖਸ਼ਿਸ਼ ਹੋਵੇ। ਸਾਧ ਸੰਗਤ ਜੀਓ, ਭਾਵੇਂ ਕੋਈ ਕਿਸੇ ਵੀ ਵੇਖ ਦੇ ਅੰਦਰ ਹੋਵੇ, ਮਹਾਰਾਜ ਜੀਆਂ ਦੇ ਬਚਨ ਹਨ ਨਾ, ਸਾਰੇ ਤਰ੍ਹਾਂ ਦੇ ਇੱਕ ਵੇਖ ਦੇ ਅੰਦਰ ਸਾਰੇ ਇੱਕ ਤਰ੍ਹਾਂ ਨਾਲ ਨਹੀਂ ਹੁੰਦੇ, ਹਰ ਇੱਕ ਦਾ ਸੁਭਾਅ ਵੱਖਰਾ ਵੱਖਰਾ ਹੁੰਦਾ ਹੈ। ਚੱਲਦਿਆਂ ਹੋਇਆਂ ਮੰਗਲਨਾਥ ਆਪਣੇ ਗੁਰੂ ਗੋਰਖ ਤੋਂ ਵੀ ਅੱਗੇ ਲੰਘ ਗਿਆ ਹੈ। ਕਬਿਤ ਐਸੇ ਇਤ ਨਾਨਕ ਜੀ ਬਚਨ ਉਚਾਰੇ ਉਤ। ਇਸ ਬਿਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਬਚਨ ਉਚਾਰੇ। ਗੋਰਖ ਬੁਲਾਏ ਸ਼ੰਭੂਨਾਥ ਕੋ ਪਠਾਇਓ ਹੈ। ਉਧਰੋਂ ਗੋਰਖਨਾਥ ਨੇ ਸ਼ੰਭੂਨਾਥ ਨੂੰ ਬੁਲਾਇਆ ਹੈ। ਫਰੂਆ ਬੈਰਾਗਣ ਦੋਲੀ ਨੇ ਹੱਥ ਮਾਹੇ ਜਿਨ। ਹੱਥ ਅੰਦਰ ਫਰੂਆ ਬੈਰਾਗਣ ਦੇ ਕਰਕੇ। ਮੁੰਦਰਾ ਹੈ ਫਟਕ ਏਕ ਕਾਨ ਪਾਰ ਪਾਇਓ ਹੈ। ਔਰ ਬਲੌਰੀ ਮੁੰਦਰਾ ਕੰਨ ਦੇ ਅੰਦਰ ਸ਼ੰਭੂਨਾਥ ਦੇ ਵੱਡੇ ਮੁੰਦਰਾ ਪਾਈ ਹੋਈ ਹੈ। ਹੀਏ ਮੈਂ ਹੁਲਾਸ ਆਇਓ ਪਾਸ ਸੁਖ ਰਾਸ ਦੋਰ। ਔਰ ਚਿੱਤ ਵਿੱਚ ਬੜਾ ਆਨੰਦਿਤ ਹੋ ਕੇ ਗੁਰ ਗੋਰਖ ਦੇ ਕੋਲੇ ਗਿਆ। ਬਾਲੇ ਹੈ ਆਦੇਸ਼ ਐਸੇ ਬਚਨ ਅਲਾਇਓ ਹੈ। ਕਹਿੰਦਾ ਮੈਂ ਤਾਂ ਜੀ ਆਪ ਜੀ ਦੀ ਆਗਿਆ ਵਿੱਚ ਹਾਂ, ਮੈਂ ਤਾਂ ਤੁਹਾਡਾ ਹੁਕਮ ਮੰਨਦਾ ਹਾਂ। ਪ੍ਰਭੂ ਕੋ ਆਦੇਸ਼ ਸ਼ੰਭੂਨਾਥ ਆਇਓ ਬੈਸ ਟਿਗ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਆ ਕੇ ਜਦੋਂ ਇਹਨੇ ਆਣ ਕੇ ਆਦੇਸ਼ ਕੀਤੀ, ਮਹਾਰਾਜ ਕਹਿੰਦੇ ਪ੍ਰਭੂ ਨੂੰ ਆਦੇਸ਼ ਹੋਵੇ। ਸੁਨਿਓ ਸ਼ਰਵਣ ਮਾਹੀ ਪੁਨ ਬੈਨ ਕੋ ਸੁਨਾਇਓ ਹੈ। ਕੰਨਾਂ ਵਿੱਚ ਸੁਣ ਕਰਕੇ ਸ਼ੰਭੂਨਾਥ ਬੋਲਿਆ। ਗੋਰਖੇ ਕੇ ਚੇਲੇ ਹੋਏ ਮੁੰਦਰਾ ਕਾਨ ਪਾਵੇ ਅੰਗ। ਮਹਾਰਾਜ ਜੀ ਨੂੰ ਲੱਗਾ ਕਹਿਣ, ਕਹਿੰਦੇ ਇੰਨਾ ਸਮਾਂ ਹੋ ਗਿਆ, ਤੁਸੀਂ ਇੰਨਾ ਸਮਾਂ ਲਾ ਕਿਉਂ ਦਿੱਤਾ ਹੈ? ਗੁਰੂ ਗੋਰਖ ਨੂੰ ਤੁਸੀਂ ਆਪਣਾ ਗੁਰੂ ਧਾਰਨ ਕਰੋ। ਸਾਧ ਸੰਗਤ ਜੀਓ, ਜਿਹੜਾ ਇਹ ਸ਼ੰਭੂਨਾਥ ਜਿਹਦੇ ਬਾਬਤ ਮਹਾਰਾਜ ਕਹਿੰਦੇ ਸੀ ਉਡੀਕ ਰਹੇ ਆ, ਉਹ ਆ ਗਿਆ ਪਾਤਸ਼ਾਹ ਜੀ ਕੋਲ। ਮਹਾਰਾਜ ਜੀ ਨੂੰ ਲੱਗਾ ਕਹਿਣ, ਕਹਿੰਦੇ ਜੀ ਕੰਨਾਂ ਵਿੱਚ ਤੁਸੀਂ ਸਾਡੇ ਵਾਂਗ ਮੁੰਦਰਾ ਪਾਵੋ, ਉਹਨਾਂ ਨੂੰ ਗੁਰੂ ਧਾਰਨ ਕਰੋ। ਅੰਗ ਭਸਮ ਲਗਾਵ ਕੋ ਬਿਗਨ ਨਾ ਲਾਗਈ। ਕੋਈ ਬਿਗਨ ਨਹੀਂ ਲੱਗੇਗਾ। ਪਿੰਡੇ ਉੱਪਰ ਤੁਸੀਂ ਵਿਭੂਤੀ ਸਵਾਹ ਮੰਨ ਲਓ। ਔਰ ਜਿਹੜੀ ਜੰਗਲਾਂ ਦੇ ਆਪਣਾ ਦਾਹ ਸੰਸਕਾਰ ਭੂਮੀ ਤੋਂ ਸ਼ਮਸ਼ਾਨ ਭੂਮੀ ਦੇ ਵਿੱਚੋਂ ਤੁਸੀਂ ਜੋ ਸਵਾਹ ਹੈ ਆਪਣੇ ਪਿੰਡੇ ਉੱਪਰ ਮੰਨ ਲਓ, ਤੁਹਾਨੂੰ ਕਿਸੇ ਪ੍ਰਕਾਰ ਦਾ ਕੋਈ ਵਿਘਨ ਰਸਤੇ ਵਿੱਚ ਨਹੀਂ ਲੱਗੇਗਾ। ਬੇਕਸੈ ਕਮਲ ਜੋ ਪ੍ਰਕਾਸ਼ ਦੀਪ ਜੋਤ ਉਰ। ਹਿਰਦੇ ਦਾ ਜਿਹੜਾ ਕਮਲ ਹੈ ਪ੍ਰਗਾਸ ਜਾਏਗਾ, ਹਿਰਦੇ ਅੰਦਰ ਮਾਲਕ ਦਾ ਗਿਆਨ ਦਾ ਦੀਪਕ ਜਗ ਜਾਏਗਾ। ਸੁਨ ਮਗ ਜਾਵੋ ਤਨ ਹੂੰ ਤੇ ਮ੍ਰਿਤ ਭਾਗਈ। ਔਰ ਤਨ ਤੋਂ ਜਿਹੜਾ ਮ੍ਰਿਤੂ ਦਾ ਡਰ ਹੈ ਕਹਿਣ ਲੱਗੇ ਜੀ ਉਹ ਦੂਰ ਹੋ ਜਾਏਗਾ। ਫਰੂਆ ਗਹੀ ਜਹਾਤ ਹੋਈ ਐ ਸਨਾਥ ਅਬ। ਕਹਿੰਦੇ ਤੁਸੀਂ ਆਪਣੇ ਹੱਥ ਦੇ ਅੰਦਰ ਇਹ ਫੌੜੀ ਤੁਸੀਂ ਪਕੜ ਲਵੋ ਔਰ ਤੁਸੀਂ ਸਨਾਤ ਭਾਵ ਗੁਰੂ ਧਾਰਨ ਕਰਕੇ ਤੁਸੀਂ ਵੀ ਗੁਰੂ ਵਾਲੇ ਹੋ ਜਾਓ। ਤੁਸੀਂ ਅਜੇ ਨਗੁਰੇ ਲਗੇ ਫਿਰਦੇ ਹੋ। ਖੁਸ਼ੀ ਜਿੱਤ ਜਾਵੋ ਤਿਤ ਕੋ ਨਹਿ ਠਾਗਈ। ਜਿਹੜੇ ਪਾਸੇ ਫਿਰ ਮਰਜ਼ੀ ਤੁਸੀਂ ਤੁਰੇ ਰਹੋ, ਤੁਹਾਡਾ ਰਸਤਾ ਕੋਈ ਵੀ ਨਹੀਂ ਰੋਕ ਸਕੇਗਾ। ਭਲੀ ਬਣੀ ਤੇਰੀ ਜੋ ਤੂੰ ਮੰਨ ਲੈ ਬਾਤ ਮੇਰੀ। ਚੰਗਾ ਹੋਵੇ ਜੇ ਤੁਸੀਂ ਕਿਤੇ ਮੇਰੀ ਗੱਲ ਮੰਨ ਲਓ। ਇਹ ਸ਼ੰਭੂਨਾਥ ਤਤਾਰ ਗੁਰਦੇਵ ਜੀਆਂ ਨੂੰ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਸ਼ੰਭੂਨਾਥ ਇਹ ਸਾਰਾ ਕੁਝ ਬਿਆਨ ਕਰ ਰਿਹਾ ਹੈ। ਰਿੱਧ ਸਿੱਧ ਚੇਰੀ ਮਤ ਗੋਰਖ ਕੇ ਪਾ ਗਈ। ਔਰ ਜਿੰਨੀਆਂ ਵੀ ਇਹ ਰਿੱਧੀਆਂ ਸਿੱਧੀਆਂ ਤੁਹਾਡੇ ਚਰਨਾਂ ਦੀਆਂ ਦਾਸੀਆਂ ਬਣ ਜਾਣਗੀਆਂ। ਜਿਹੜੀਆਂ ਇਸ ਵਕਤ ਜਿਹੜੀਆਂ ਰਿੱਧੀਆਂ ਸਿੱਧੀਆਂ ਗੁਰੂ ਗੋਰਖ ਦੇ ਕੋਲ ਨੇ, ਉਹ ਤੁਹਾਡੇ ਕੋਲ ਪਿਆ ਜਾਣਗੀਆਂ। ਗੋਰਖ ਕੋ ਦਾਸ ਕਰ ਸਭ ਹੂੰ ਕੋ ਮਾਨ ਹਰ। ਗੋਰਖ ਦੇ ਤੁਸੀਂ ਦਾਸ ਬਣ ਕੇ ਸਾਰਿਆਂ ਦੇ ਹਿਰਦੇ ਦਾ ਮਾਣ ਤੁਸੀਂ ਆਪਣੇ ਹਿਰਦੇ ਅੰਦਰ ਧਾਰਨ ਕਰੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਇਸ ਪ੍ਰਕਾਰ ਬਚਨ ਕਹੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਬਚਨ ਕਰਦੇ ਹਨ। ਮਹਾਰਾਜ ਕਹਿਣ ਲੱਗੇ, ਸੁਣ ਸ਼ੰਭੂਨਾਥ ਮੇਰੀ ਬਾਤ ਧਿਆਨ ਨਾਲ। ਉਹਨੇ ਜਦੋਂ ਪਾਤਸ਼ਾਹ ਜੀ ਦਾ ਸੁਭਾਅ ਪਹਿਲਾਂ ਹਰ ਇੱਕ ਨੂੰ ਉਹਦੀ ਗੱਲ ਕਰਨ ਦਿੰਦੇ ਹਨ ਮਹਾਰਾਜ ਜੀਆਂ ਨੂੰ ਪਤਾ ਹੈ ਸ਼ੰਭੂਨਾਥ ਨੇ ਜੋ ਬਚਨ ਕਹਿਣੇ ਹਨ। ਮਹਾਰਾਜ ਕਹਿੰਦੇ, ਸ਼ੰਭੂਨਾਥ ਗੱਲ ਸੁਣ, ਤੇਰੇ ਗੁਰੂ ਗੋਰਖ ਨੂੰ ਦਾਸ ਬਣਾ ਕਰਕੇ ਉਹਦੇ ਹਿਰਦੇ ਦਾ ਅਹੰਕਾਰ ਦੂਰ ਕਰਕੇ ਭਸਮ ਨਾ ਲਾਵੋ ਨਹਿ ਕਾਨ ਕੋ ਛਿਦਾਵਈ। ਮਹਾਰਾਜ ਕਹਿੰਦੇ, ਨਾ ਮੈਂ ਆਪਣੇ ਪਿੰਡੇ ਤੇ ਭਸਮ ਮਲਾਂਗਾ,
ਨਾ ਮੈਂ ਆਪਣੇ ਕੰਨਾਂ ਦੇ ਅੰਦਰ ਕਿਸੇ ਪ੍ਰਕਾਰ ਦੀਆਂ ਕੋਈ ਮੁੰਦਰਾ ਆਪਣੇ ਕੰਨਾਂ ਵਿੱਚ ਪਾਵਾਂਗਾ। ਮੈਂ ਆਪਣੇ ਕੰਨਾਂ ਨੂੰ ਨਹੀਂ ਛਿਦਵਾਵਾਂਗਾ ਔਰ ਕਿਸੇ ਪ੍ਰਕਾਰ ਦੀ ਕੋਈ ਵੀ ਮੁੰਦਰਾ, ਕੋਈ ਬਲੌਰੀ ਇਹ ਮੈਂ ਆਪਣੇ ਕੰਨਾਂ ਵਿੱਚ ਨਹੀਂ ਧਾਰਨ ਕਰਾਂਗਾ। ਫਰੂਆ ਜੋ ਧਾਰੀ ਤਾਂ ਕੋ ਨਾਮ ਹੈ ਭਿਖਾਰੀ ਜਗ। ਮਹਾਰਾਜ ਕਹਿੰਦੇ ਜਿਹਦੇ ਹੱਥ ਦੇ ਅੰਦਰ ਆ ਠੂਠਾ ਪਕੜਿਆ ਹੋਵੇ, ਲੋਕ ਤਾਂ ਭਿਖਾਰੀ ਕਹਿੰਦੇ ਹਨ ਉਸ ਨੂੰ, ਤੇ ਤੁਸੀਂ ਸਾਰਿਆਂ ਨੂੰ ਭਿਖਾਰੀ ਬਣਾਉਣ ਨੂੰ ਫਿਰਦੇ ਹੋ। ਮਹਾਰਾਜ ਕਹਿੰਦੇ ਅਸੀਂ ਤਾਂ ਉਸ ਮਾਲਕ ਜੀਆਂ ਦੇ ਘਰ ਦੇ ਭਿਖਾਰੀ ਹਾਂ, ਉਹਦੇ ਤੋਂ ਬਿਨਾਂ ਕਦੇ ਕਿਸੇ ਅੱਗੇ ਹੱਥ ਨਹੀਂ ਅੱਡਦੇ। ਤੁਸੀਂ ਹੱਥ ਦੇ ਅੰਦਰ ਇਹ ਠੂਠਾ ਪਕੜਾ ਕਰਕੇ ਜਗਤ ਵਿੱਚ ਭਿਖਾਰੀ ਬਣਾਉਂਦੇ ਹੋ। ਮ੍ਰਿਤ ਹੈ ਬੇਦਾਰੀ ਨਹਿ ਨੇਰ ਕਾ ਬਿਆਵਈ। ਮਹਾਰਾਜ ਕਹਿੰਦੇ ਮੌਤ ਦਾ ਡਰ ਤਾਂ ਸੀ ਕਦੋਂ ਦਾ ਦੂਰ ਕੀਤਾ ਹੋਇਆ ਹੈ, ਉਹ ਨੇੜੇ ਨਹੀਂ ਢੁਕਦੀ। ਰਿੱਧ ਸਿੱਧ ਸਦਾ ਆਗੇ ਦੇਹ ਤਾ ਕੋ ਜੇ ਕੋ ਮੰਗੇ। ਮਹਾਰਾਜ ਕਹਿੰਦੇ ਰਿੱਧੀਆਂ ਸਿੱਧੀਆਂ ਤਾਂ ਅਸੀਂ ਆਪ ਖੁਦ ਵੰਡਨੇ ਹਾਂ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਕਿਹਾ ਜੀ ਰਿੱਧੀਆਂ ਸਿੱਧੀਆਂ ਤੁਹਾਡੇ ਚਰਨੀ ਲੱਗਣ। ਮਹਾਰਾਜ ਕਹਿੰਦੇ ਰਿੱਧੀਆਂ ਸਿੱਧੀਆਂ ਤਾਂ ਅਸੀਂ ਖੁਦ ਵੰਡਣ ਵਾਲੇ ਹਾਂ। ਚਾਹੇ ਤਹਾਂ ਜਾਏ ਨਹਿ ਕੋ ਅਟਕਾਵਈ। ਔਰ ਰਹੀ ਗੱਲ ਸਾਡਾ ਰਸਤਾ ਰੋਕਣ ਦੀ, ਮਹਾਰਾਜ ਕਹਿੰਦੇ ਜਿੱਥੇ ਸਾਡਾ ਚਿੱਤ ਕਰਦਾ ਸੀ ਉੱਥੇ ਜਾਂਦੇ ਹਾਂ, ਕੋਈ ਸਾਡਾ ਰਸਤਾ ਨਹੀਂ ਰੋਕਦਾ। ਜਿਵੇਂ ਜਿਵੇਂ ਉਹਨਾਂ ਨੇ ਸ਼ੰਭੂਨਾਥ ਨੇ ਕਿਹਾ ਸੀ ਤੁਹਾਡਾ ਰਸਤਾ ਨਾ ਕੋਈ ਰੋਕੇਗਾ, ਰਿੱਧੀਆਂ ਸਿੱਧੀਆਂ ਕੋਲ ਆਉਣਗੀਆਂ। ਮਹਾਰਾਜੀਆਂ ਨੂੰ ਇਸ ਵਿਧ ਭਰਮਾਉਣ ਦਾ ਯਤਨ ਕੀਤਾ, ਸਤਿਗੁਰੂ ਜੀ ਨੇ ਇਹ ਉੱਤਰ ਦਿੱਤਾ ਹੈ, ਬੇਗਨ ਬਿਨਾਸ਼ਨ ਸੋਇਆਸਨ ਹੈ ਸੁਨ ਬਿਖੈ। ਔਰ ਸਾਡਾ ਜਿਹੜਾ ਆਸਣ ਹੈ ਉਹ ਸੁਨ ਮੰਡਲ ਵਿੱਚ ਹੈ। ਸ਼ੰਭੂਨਾਥ ਸੁਨੇ ਸ਼ਰੋਨ ਬੈਨ ਕੋ ਅਲਾਵਈ। ਸ਼ੰਭੂਨਾਥ ਨੇ ਸੁਣ ਕੇ ਪਾਤਸ਼ਾਹ ਜੀਆਂ ਤੋਂ ਪਾਵਨ ਇਹ ਬੋਲ ਆਪਣੇ ਬੋਲਾਂ ਤੋਂ ਫਿਰ ਸ਼ੰਭੂਨਾਥ ਹੁਣ ਬੋਲਣ ਲੱਗਾ। ਵੱਡੋਈ ਹੰਕਾਰੀ ਕਹਾ ਨਦਰ ਤੁਮਾਰੀ। ਕਹਿੰਦੇ ਤੁਸੀਂ ਜਾਪਦਾ ਤੁਸੀਂ ਵੱਡੇ ਕੋਈ ਅਹੰਕਾਰੀ ਹੋ ਗਏ ਹੋ, ਤੁਹਾਡਾ ਧਿਆਨ ਇੱਥੇ ਨਹੀਂ। ਕੱਛ ਔਰੀ ਬੋਰੀ ਬਾਤੈ ਮੁਖ ਕਾਹੇ ਕੋ ਬਕਤ ਹੈ। ਤੁਸੀਂ ਤਾਂ ਜਿਵੇਂ ਕੋਈ ਆਲ ਬਲਾਲ ਹੀ ਮੂੰਹੋਂ ਤੁਸੀਂ ਬੋਲਦੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਲੱਗਾ ਕਹਿਣ, ਇਹ ਕਈ ਵਾਰ ਨਾ ਜਦੋਂ ਸਿੱਧਾਂ ਦੇ ਨਾਲ ਬਚਨ ਬਿਲਾਸ ਹੋਏ ਤੇ ਕਈ ਵਾਰ ਇਹ ਗੱਲ ਕਰਦਿਆਂ ਕਰਦਿਆਂ ਝਗੜ ਵੀ ਪੈਂਦੇ ਸਨ ਪਾਤਸ਼ਾਹ ਜੀ ਦੇ ਨਾਲ। ਤੇ ਮਹਾਰਾਜ ਜੀਆਂ ਨੇ ਸਾਰਿਆਂ ਦੇ ਵਿੱਚ ਬੈਠਿਆਂ ਹੋਇਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹਨਾਂ ਨੂੰ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬੜੇ ਪਿਆਰ ਦੇ ਨਾਲ ਟਿਕਾ ਕੇ ਫਿਰ ਗੱਲ ਕਰਨੀ। ਭਾਵੇਂ ਉਹ ਗੋਰਖ ਮਤਾ ਜਿਹੜਾ ਸਥਾਨ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਵਿਚਾਰ ਦੇ ਅੰਦਰ, ਜੋ ਯੂਪੀ ਅੰਦਰ ਉੱਤਰਾਖੰਡ ਦੇ ਵਿੱਚ ਹੁਣ ਸਥਾਨ ਹੈ ਨਾਨਕ ਮਤਾ, ਜਿਸ ਦਾ ਪਾਵਨ ਪਵਿੱਤਰ ਨਾਮ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸਿੱਧਾਂ ਦੇ ਨਾਲ ਉਸ ਥਾਂ ਤੇ ਗੋਰਖ ਤੋਂ ਵਿਚਾਰ ਦੇ ਅੰਦਰ ਜਿੱਤੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਬੜੇ ਪ੍ਰੇਮ ਦੇ ਨਾਲ ਟਿਕਾਉਂਦੇ ਨੇ। ਮਹਾਰਾਜ ਕਹਿੰਦੇ ਖਿਜੋ ਨਾ, ਗੱਲ ਕਰਦਿਆਂ ਕਰਦਿਆਂ ਖਿਜੋ ਨਾ, ਜਿੰਨੀ ਗੱਲ ਹੈ ਉਹਦਾ ਉੱਤਰ ਪਹਿਲਾਂ ਦਿਓ। ਹੁਣ ਸ਼ੰਭੂਨਾਥ ਇੰਨੀ ਗੱਲ ਸੁਣ ਕੇ ਪਾਤਸ਼ਾਹ ਤੋਂ ਖਿਜ ਗਿਆ। ਕਹਿੰਦੇ ਜਾਪਦਾ ਤੁਸੀਂ ਵੱਡੇ ਅਹੰਕਾਰੀ ਹੋ, ਤੁਹਾਡਾ ਧਿਆਨ ਇਸ ਪਾਸੇ ਹੈ ਹੀ ਨਹੀਂ। ਜਤੀਨਾਥ ਸਿੱਧ ਸਭ ਬੀਚ ਹੈ ਪ੍ਰਸਿੱਧ ਐਸੋ। ਔਰ ਕਹਿੰਦੇ ਸਾਡੇ ਵਿੱਚੋਂ ਜੋ ਸਾਰਿਆਂ ਤੋਂ ਪ੍ਰਸਿੱਧ ਜਤੀਆਂ ਸਤੀਆਂ ਦੇ ਵਿੱਚੋਂ ਜੋ ਗੋਰਖ ਪ੍ਰਸਿੱਧ ਹੈ, ਗੋਰਖ ਕੋ ਜਾਣੈ ਨਹੀਂ ਕੈਸੀ ਐ ਸ਼ਕਤ ਹੈ। ਕਹਿੰਦੇ ਤੁਹਾਡੇ ਕੋਲ ਕਿਹੜੀ ਸ਼ਕਤ ਹੋਈ, ਤੁਹਾਡੇ ਕੋਲ ਕਿਹੜੀ ਐਸੀ ਸ਼ਕਤੀ ਹੋਈ, ਤੁਸੀਂ ਗੁਰੂ ਗੋਰਖ ਨੂੰ ਨਹੀਂ ਜਾਣਦੇ। ਸਿੱਧ ਸਾਧ ਨਿੰਦੇ ਤੁਮ ਭਇਓ ਕੌਣ ਬਿੰਦੇ। ਕਹਿੰਦੇ ਤੁਸੀਂ ਸਿੱਧ ਸਾਧਾਂ ਨੂੰ ਨਿੰਦਦੇ ਹੋ। ਕੈਸੇ ਬੋਲੇ ਮਾਟੀ ਗੰਦੇ ਨਿਜ ਮਾਨ ਮੈਂ ਛਕਤ ਹੈ। ਤੁਸੀਂ ਆਪਣੇ ਹੰਕਾਰ ਵਿੱਚ ਬੜੇ ਇਹਨੇ ਭੈੜੇ ਬੋਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਕਹੇ ਤਾਂ ਚਾਹੁੰਦੇ ਸਨ ਪਾਤਸ਼ਾਹ ਲੜਨ, ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨਾਲ ਲੜਨ, ਪਰ ਸਤਿਗੁਰੂ ਮਹਾਰਾਜ ਜੀਆਂ ਨੇ ਬੜੇ ਪ੍ਰੇਮ ਦੇ ਨਾਲ ਇਹਨਾਂ ਨੂੰ ਉੱਤਰ ਦਿੱਤੇ। ਕੌਣ ਤੂੰ ਵਡਾਈ ਪਾਏ ਜਗ ਜੂਨ ਆਏ ਜਾਏ। ਤੁਸਾਂ ਕਿਹੜਾ ਵੱਡਾ ਮਰਾਤਬਾ ਪਾਲਿਆ ਹੈ ਜਗਤ ਵਿੱਚ ਜੂਨਾ ਵਿੱਚ ਆ ਕੇ। ਗੁਰੂ ਬਿਨਾ ਇਸ ਸਥਿਰ ਕੋ ਨਾ ਟਿਕਤ ਹੈ। ਗੁਰੂ ਤੋਂ ਬਿਨਾ ਤਾਂ ਕੋਈ ਜਗਤ ਦੇ ਅੰਦਰ ਸਥਿਰ ਟਿਕ ਨਹੀਂ ਸਕਦਾ। ਜਾਨੋ ਤੇਰੇ ਗੋਰਖ ਕੀ ਆਦ ਸ਼ਿਵ ਬਿੰਦ ਹੂੰ ਤੇ। ਪਾਤਸ਼ਾਹ ਕਹਿੰਦੇ ਮੈਂ ਜਾਣਦਾ, ਬੈਠ ਜਾ ਤੂੰ। ਪਾਤਸ਼ਾਹ ਸ਼ੰਭੂਨਾਥ ਨੂੰ ਕਹਿੰਦੇ ਟਿਕ ਜਾ ਤੂੰ, ਜਾਣਦਾ ਹਾਂ ਤੇਰੇ ਵੱਡੇ ਗੋਰਖ ਨੂੰ ਮੈਂ, ਜੋ ਸ਼ਿਵ ਜੀ ਦੇ ਬਿੰਦ ਤੋਂ ਪੈਦਾ ਹੈ। ਨਦਰ ਹਮਾਰੀ ਇੱਕ ਅੰਕਾਰ ਪੈ ਲਗਤ ਹੈ। ਔਰ ਰਹੀ ਗੱਲ ਜਿਹੜੀ ਸਾਡੀ ਨਜ਼ਰ ਲੱਗਣ ਦੀ, ਸਾਡੀ ਨਜ਼ਰ ਤਾਂ ਉਸ ਏਕ ਓੰਕਾਰ ਨਾਲ ਜੁੜੀ ਹੋਈ ਹੈ।
ਸਾਡਾ ਧਿਆਨ ਉਸ ਇੱਕ ਪਰਿਪੂਰਨ ਪਰਮਾਤਮਾ ਸੰਗ ਜੁੜਿਆ ਹੋਇਆ ਹੈ। ਸੰਤ ਸਾਧ ਸੋਦਰ ਬਿਲੋ ਕੇ ਮੋਦ ਹੋਤ ਕਹੋ, ਸੰਤ ਸਾਧ ਮੈਂ ਜਿਹੜੇ ਆਨੰਦਿਤ ਹੁੰਦੇ ਦੇਖੇ ਹਨ। ਗੰਦੇ ਕੈ ਅਮਲ ਪੰਜ ਤਤ ਕੋ ਜਗਤ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਜਗਤ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਏਕ ਹੂੰ ਸੀ ਦੇਹ ਸਭ ਏਕ ਹੀ ਕੇ ਕੀਏ। ਮਹਾਰਾਜ ਕਹਿੰਦੇ ਜਿੰਨਾ ਵੀ ਜਗਤ ਆ ਉਹ ਇੱਕ ਪਰਿਪੂਰਨ ਪਰਮਾਤਮਾ ਦਾ ਸਾਜਿਆ ਹੋਇਆ ਹੈ। ਰਹੀ ਗੱਲ ਜਿਹੜੇ ਤੂੰ ਭੈੜੇ ਬੋਲ ਮੈਨੂੰ ਬੋਲ ਰਿਹਾ, ਮਹਾਰਾਜ ਕਹਿੰਦੇ ਸਾਰਿਆਂ ਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਦੀ ਇੱਕ ਦੀ ਜੋਤ ਹੈ। ਏਕ ਹੂਸੀ ਦੇਹ ਸਭ ਏਕ ਹੀ ਕੇ ਕੀਏ ਨਰ, ਮਾਨ ਕੀ ਨਿਹਾਨ ਪਰਸ਼ੋਤਮ ਭਗਤ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸ਼ੰਭੂਨਾਥ ਦਾ ਜਿਹੜਾ ਹਿਰਦੇ ਦਾ ਅਹੰਕਾਰ ਪਾਤਸ਼ਾਹ ਦੂਰ ਕਰ ਰਹੇ ਹਨ। ਸਿੱਧ ਔਰੇ ਬੋਰੇ ਮਾਨ ਕੀਨੇ ਸਭ ਹੋਰੇ ਗੋਰੇ। ਸਿੱਧਾਂ ਨੂੰ ਭਾਵ ਆਪਣੇ ਹਿਰਦੇ ਦੇ ਅਹੰਕਾਰ ਨੇ ਔਰੇ ਬੌਰੇ ਕਰ ਦਿੱਤਾ ਹੈ। ਗੁਰੂ ਬਿਨਾ ਕਹੋ ਪ੍ਰੇਮ ਕੈਸੇ ਕੈ ਭਗਤ ਹੈ। ਗੁਰੂ ਤੋਂ ਬਿਨਾ ਜਿਹੜਾ ਇਹ ਪ੍ਰੇਮ ਹੈ ਭਾਵ ਕਿਸ ਪ੍ਰਕਾਰ ਪੁੱਗ ਸਕਦਾ ਹੈ। ਜੋਗ ਕੀ ਜੁਗਤ ਕਰ ਪਾਈਐ ਮੁਕਤ ਕੈਸੇ। ਪਾਤਸ਼ਾਹ ਜੀ ਨੂੰ ਫੇਰ ਲੱਗਾ ਕਹਿਣ ਜੋਗ ਦੀ ਜੁਗਤ ਤੋਂ ਬਿਨਾ ਮੁਕਤੀ ਕਿਵੇਂ ਪਾਓਗੇ। ਜੋਗੀ ਜਤੀ ਹੂੰ ਕੋ ਨਿਜ ਨਦਰ ਨ ਲਿਆਵਈ। ਜੋਗੀ ਜੁਗਤੀ ਭਾਵ ਜੋਗੀਆਂ ਦੇ ਨਾਲ ਤੁਸੀਂ ਆਪਣਾ ਸੰਬੰਧ ਨਹੀਂ ਜੋੜਦੇ। ਜਾਂ ਤੇ ਕੋ ਬੇਸਾਲ ਸਭ ਹੀ ਤੇ ਅਤ ਉੱਤਮ ਹੈ। ਮਹਾਰਾਜ ਜੀ ਨੂੰ ਲੱਗਾ ਕਹਿਣ ਇਸ ਕਰਕੇ ਸਾਰਿਆਂ ਤੋਂ ਭਾਵ ਜੋ ਵੱਡਾ ਹੈ। ਯਾਹੂ ਕੋ ਨਿਖੇਦ ਵੱਡੋ ਕਾਹੇ ਠਹਿਰਾਵਈ। ਤੁਸੀਂ ਆਪਣੇ ਇਹਨਾਂ ਨੂੰ ਤੁਸੀਂ ਨਿਖੇਦ ਕੇ ਆਪਣੇ ਆਪ ਨੂੰ ਤੁਸੀਂ ਵੱਡਾ ਉਪਦੇਸ਼ ਵੱਡਾ ਕਹਿ ਰਹੇ ਹੋ। ਨੀ ਕੋਈ ਉਪਦੇਸ਼ ਮਤ ਧਾਰੋ ਜੋਗ ਪੇਸ ਚੱਲੋ। ਵੱਡਾ ਤੁਸੀਂ ਨੀਕੋ ਉਪਦੇਸ਼ ਚੰਗਾ ਤੁਸੀਂ ਉਪਦੇਸ਼ ਧਾਰਨ ਕਰੋ, ਮਤ ਧਾਰੋ ਜੋਗ ਬੇਸ਼ ਔਰ ਜੋਗੀਆਂ ਵਾਲਾ ਵੇਸ਼ ਤੁਸੀਂ ਧਾਰਨ ਕਰੋ। ਗੋਰਖ ਕੇ ਢਿਗ ਤੇ ਅਮਰ ਪਦ ਪਾਵਈ। ਔਰ ਗੋਰਖ ਦੇ ਕੋਲ ਤੁਸੀਂ ਜਾ ਕੇ ਤੁਸੀਂ ਅਮਰ ਪਦ ਪ੍ਰਾਪਤ ਕਰ ਲਵੋਗੇ। ਪ੍ਰਗਟੋਗੇ ਜਗ ਜਰਾ ਜਾਓਗੇ ਅਲੱਗ। ਔਰ ਜਗਤ ਦੇ ਵਿੱਚ ਤੁਸੀਂ ਪ੍ਰਗਟ ਹੋ ਕਰਕੇ ਜਿਹੜਾ ਬੁਢੇਪੇ ਦਾ ਭਾਵ ਜਿਹੜਾ ਬੁਢੇਪਾ ਹੈ ਇਹਨੂੰ ਦੂਰ ਕਰਕੇ ਜੈਸੇ ਸੂਰ ਦੇਖ ਸੰਗਰ ਮੈਂ ਕਾਇਰ ਭਲਾਵਈ। ਜਿਵੇਂ ਸੂਰਮਿਆਂ ਨੂੰ ਵੇਖ ਕਰਕੇ ਜਿਹੜੇ ਕਾਇਰ ਹਨ ਉਹ ਭੱਜ ਜਾਂਦੇ ਹਨ, ਬੁਢੇਪਾ ਵੀ ਤਨ ਤੋਂ ਇਸ ਬਿਦ ਦੂਰ ਹੋ ਜਾਏਗਾ। ਨਾਮ ਬਿਨਾ ਜੋਗ ਪੂਰੇ ਕਬਹੂ ਨਾ ਹੋਤ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਿਹੜਾ ਇਹਨੇ ਹੁਣ ਬਚਨ ਕੀਤਾ ਜੋਗ ਦੇ ਸੰਬੰਧ ਵਿੱਚ ਮਹਾਰਾਜ ਹੁਣ ਇਹਦਾ ਉੱਤਰ ਦੇ ਰਹੇ ਹਨ। ਪਾਤਸ਼ਾਹ ਲੱਗੇ ਕਹਿਣ ਕਹਿੰਦੇ ਨਾਮ ਤੋਂ ਬਿਨਾ ਕਾਹਦਾ ਜੋਗ ਹੈ। ਜੋਗ ਇਸ ਪ੍ਰਕਾਰ ਇਹਨੂੰ ਜੋਗ ਨਹੀਂ ਕਹਿੰਦੇ। ਜੰਗਲਾਂ ਵਿੱਚ ਲੁਕ ਜਾਣਾ, ਪਰਿਵਾਰ ਤੋਂ ਦੂਰ ਰਹਿਣਾ, ਮਹਾਰਾਜ ਕਹਿੰਦੇ ਅੰਜਨ ਮਾਹੇ ਨਿਰੰਜਨ ਰਈਆ ਜੋਗ ਜੁਗ ਤੇ ਵਪਾਈ ਹੈ। ਭਾਵ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਅੰਜਨ ਵਿੱਚ ਰਹਿੰਦਿਆਂ ਹੋਇਆਂ ਨਿਰੰਜਨ ਰਹਿਣਾ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਕਾਲਖ ਵਿੱਚ ਰਹਿੰਦਿਆਂ ਹੋਇਆਂ ਕਾਲਖ ਤੋਂ ਨਿਰਲੇਪ ਰਹਿਣਾ। ਮਹਾਰਾਜ ਕਹਿੰਦੇ ਭਾਈ ਅੰਜਨ ਮਾਹੇ ਨਿਰੰਜਨ ਰਈਆ ਜੋਗ ਜੁਗਤ ਇਵ ਪਾਈਆ। ਇਹ ਹੈ ਭਾਈ ਜੋਗ ਨੂੰ ਪਾਉਣ ਦੀ ਜੁਗਤੀ। ਮਹਾਰਾਜ ਕਹਿੰਦੇ ਭਾਈ ਨਾਮ ਤੋਂ ਬਿਨਾ ਕਾਹਦਾ ਜੋਗ ਹੈ। ਜਾਂ ਤੇ ਨਾਮ ਲੈ ਵਲਾਈ ਜਾਂ ਤੇ ਵੱਡੋ ਨਹਿਆਨ ਕੋ। ਮਹਾਰਾਜ ਕਹਿੰਦੇ ਅਸੀਂ ਉਸ ਦੇ ਨਾਲ ਲਿਵ ਜੋੜੀ ਹੋਈ ਹੈ ਜਿਹਦੇ ਤੋਂ ਹੋਰ ਕੋਈ ਵੱਡਾ ਨਹੀਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹਦੇ ਤੋਂ ਵੱਡਾ ਹੋਰ ਕੋਈ ਨਹੀਂ, ਅਸੀਂ ਐਸੇ ਨਾਮ ਸੰਗ ਲਿਵ ਜੋੜੀ ਹੈ। ਪਤਿਤ ਉਧਾਰੇ ਜਨ ਹੇਤ ਦੈ ਤੁਮਾਰੇ ਜਿਨ। ਜਿਨੇ ਵੱਡੇ ਵੱਡੇ ਪਤਤਾਂ ਦਾ ਵੀ ਉਧਾਰ ਕਰ ਦਿੱਤਾ ਹੈ। ਨਾਮ ਔਰ ਧਾਰੇ ਮੋਹ ਨਾਸ਼ ਦੇਤ ਗਿਆਨ ਕੋ। ਔਰ ਹਿਰਦੇ ਅੰਦਰ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਧਾਰਨ ਕੀਤਾ ਹੋਇਆ ਹੈ। ਜਨਮੇ ਨਾ ਮਰੈ ਕਾਲ ਸੀਸ ਹੂੰ ਤੇ ਟਰੈ। ਜਿਹੜਾ ਭਾਵ ਪਰਿਪੂਰਨ ਪਰਮਾਤਮਾ ਫਿਰ ਐਸੇ ਸੰਗ ਨਾਮ ਸੰਗ ਜੋੜ ਲੈਂਦਾ ਹੈ ਆਪਣੇ ਅੰਦਰ ਨੂੰ, ਜਨਮੈ ਨਾ ਮਰੈ ਭਾਵ ਫਿਰ ਉਹ ਜਨਮ ਮਰਨ ਵਿੱਚ ਨਹੀਂ ਆਉਂਦਾ। ਸੀਸ ਤੇ ਆਪਣੇ ਸੀਸ ਤੋਂ ਆਪਣੇ ਆਪ ਤੋਂ ਮੌਤ ਦਾ ਡਰ ਜਿਹਨੇ ਦੂਰ ਕੀਤਾ ਹੈ। ਦੇਤ ਸਹਿਜ ਸਰੂਪ ਜਾਂ ਕੇ ਨਹੀਂ ਹੈ ਸਮਾਨ ਕੋ। ਉਹ ਮਾਲਕ ਉਹਨੂੰ ਆਪਣੇ ਸਹਿਜ ਸਰੂਪ ਦੇ ਅੰਦਰ ਟਿਕਾ ਲੈਂਦਾ ਹੈ ਜਿਹਦੇ ਹੋਰ ਕੋਈ ਸਮਾਨ ਨਹੀਂ। ਨਾਮ ਬਿਨਾ ਸਾਧਨ ਜੇਤੇ ਉਪਾਦ ਬੰਧਨ ਹੈ। ਜਿਹੜੇ ਵੀ ਨਾਮ ਤੋਂ ਬਿਨਾ ਜਿੰਨੇ ਵੀ ਸਾਧਨ ਹਨ ਉਹ ਤਾਂ ਪੈਰਾਂ ਦੇ ਅੰਦਰ ਪਈਆਂ ਹੋਈਆਂ ਪਦ ਬੰਧਨ, ਉਹ ਤਾਂ ਪੈਰਾਂ ਵਿੱਚ ਪਈਆਂ ਹੋਈਆਂ ਬੇੜੀਆਂ ਸਮਾਨ ਹਨ, ਬੰਧਨ ਹਨ। ਨਾਮ ਹੀ ਮੁਕੰਦ ਔਰ ਆਨ ਨਹਿ ਜਾਨ ਕੋ। ਨਾਮ ਹੀ ਇੱਕੋ ਨਾਮ ਹੀ ਜਿਹੜਾ ਹੈ ਉਹ ਪਾਪਾਂ ਤੋਂ ਟਾਲਣ ਹਾਰਾ ਕੱਟਣ ਹਾਰਾ ਹੈ। ਸਮਝ ਹੈ ਨਾ ਸਮਝਾਇਓ ਕੌਣ
ਤੋ ਸੋ ਬਾਦ ਕਰੈ। ਮਹਾਰਾਜ ਕਹਿੰਦੇ ਤੈਨੂੰ ਸਮਝਾਉਣ ਦੇ ਬਾਵਜੂਦ ਵੀ ਸ਼ੰਭੂਨਾਥ ਤੂੰ ਨਹੀਂ ਸਮਝ ਰਿਹਾ। ਐਸੇ ਕਹਿ ਸ਼ੰਭੂਨਾਥ ਮੇਰ ਪੈ ਸਿਧਾਇਓ ਹੈ। ਸ਼ੰਭੂਨਾਥ ਇੰਨੇ ਕੁ ਬਚਨ ਕਰਦਾ ਹੋਇਆ ਪਾਤਸ਼ਾਹ ਜੀਆਂ ਦੇ ਨਾਲ ਵਾਪਸ ਉਹ ਸੁਮੇਰ ਪਰਬਤ ਤੇ ਚਲਾ ਗਿਆ। ਗੋਰਖ ਨੇ ਬੂਝਿਓ ਕੈਸੇ ਬੈਨ ਤਿਨ ਕਹੇ ਸੁਨੇ। ਹੁਣ ਜਦੋਂ ਬੜਾ ਖਿਜਿਆ ਵਾਪਸ ਗਿਆ, ਲਾਲ ਪੀਲਾ ਗੁੱਸੇ ਨਾਲ ਹੋਇਆ, ਪਾਤਸ਼ਾਹ ਤੋਂ ਵਿਚਾਰ ਦੇ ਅੰਦਰ ਇਹ ਫਿੱਕਾ ਪੈ ਕੇ ਜਾਂਦਿਆਂ ਨੂੰ ਗੁਰੂ ਇਹਦੇ ਗੋਰਖ ਨੇ ਪੁੱਛ ਲਿਆ, ਗੁਰੂ ਨੇ ਪੁੱਛ ਲਿਆ, ਹਾਂ ਬਈ ਆ ਗਏ ਤੁਸੀਂ? ਕਹਿੰਦੇ ਜੀ ਆ ਗਏ। ਕਹਿੰਦੇ ਦੱਸੋ ਕਿਹੜੀ ਵਿਚਾਰ ਹੋਈ ਹੈ? ਮਾਨਿਓ ਉਪਦੇਸ਼ ਕਿਦੋਂ ਮਨ ਮੈਂ ਨਾ ਲਿਆਇਓ ਹੈ। ਕਹਿੰਦੇ ਦੱਸਿਓ ਉਹ ਮੰਨਿਆ ਉਪਦੇਸ਼ ਕਿ ਨਹੀਂ ਤੇਰੇ ਉਪਦੇਸ਼ ਨੂੰ ਮਨ ਵਿੱਚ ਲਿਆਇਆ? ਨਾਥ ਸੁਨੋ ਔਰੀ ਬੋਰੀ ਬਾतें ਹੈ ਭਗਤ ਸੋ। ਕਹਿੰਦੇ ਨਾਥ ਜੀ ਸੁਣੋ ਤਾਂ ਔਰੀਆਂ ਬੌਰੀਆਂ ਜੀਆਂ ਮਾਰਦੇ ਨੇ, ਮੈਨੂੰ ਤਾਂ ਪਤਾ ਹੀ ਨਹੀਂ ਲੱਗਾ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਹੁਣ ਗੱਲ ਨਹੀਂ ਨਾ ਪੁੱਗੀ ਇਹਦੀ ਸ਼ੰਭੂਨਾਥ ਦੇ। ਧੰਨ ਗੁਰੂ ਨਾਨਕ ਦੇਵ ਜੀਆਂ ਦੇ ਬੋਲਾਂ ਨੂੰ ਲੱਗਾ ਕਹਿਣ, ਕਹਿੰਦੇ ਜੀ ਮੈਨੂੰ ਤਾਂ ਕੋਈ ਸਮਝ ਹੀ ਨਹੀਂ ਲੱਗੀ ਉਹਨਾਂ ਦੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਗੋਰਖ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ, ਉਹ ਤਾਂ ਔਰੀਆਂ ਬੌਰੀਆਂ ਜਿਹਾ ਹੀ ਮਾਰਦੇ ਹਨ। ਕਾਕੋ ਉਪਦੇਸ਼ ਨਹੀਂ ਮਾਨਤ ਮਨਾਇਓ ਹੈ। ਕਹਿੰਦੇ ਬੜਾ ਮੈਂ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੇਰੀ ਗੱਲ ਨੂੰ ਨਹੀਂ ਸੁਣਿਆ। ਗੋਰਖ ਹਸਤ ਤਬ ਮੰਗਲ ਕੀ ਦਿਸ਼ ਦੇ। ਪਤਾ ਗੋਰਖਨਾਥ ਨੂੰ ਵੀ ਸੀ ਇਸ ਗੱਲ ਦਾ, ਕੋਲ ਬੈਠਾ ਹੱਸ ਪਿਆ, ਮੰਗਲਨਾਥ ਵੀ ਕੋਲ ਬੈਠਾ ਹੈ। ਉਹਦੇ ਵੱਲ ਵੇਖ ਕੇ ਗੋਰਖਨਾਥ ਵੀ ਹੱਸ ਪਿਆ ਤੇ ਮੰਗਲਨਾਥ ਵੀ ਹੱਸ ਪਿਆ। ਸ਼ੰਭੂਨਾਥ ਦੀ ਦਸ਼ਾ ਵੇਖ ਕੇ ਗੋਰਖਨਾਥ ਵੇਖ ਕੇ ਪਿੱਛੇ ਬੈਠੇ ਮੰਗਲਨਾਥ ਵੱਲ ਮੰਗਲਨਾਥ ਵੀ ਹੱਸਣ ਲੱਗਾ। ਸਭੈ ਕੋ ਸੁਨਾਏ ਮੁਖ ਬਚਨ ਅਲਾਇਓ ਹੈ। ਕਹਿੰਦਾ ਦੱਸ ਜਿਹੜੀ ਵੀ ਉੱਥੇ ਗੱਲਬਾਤ ਹੋਈ ਹੈ, ਸਾਰੇ ਸਿੱਧ ਬੈਠੇ ਹਨ, ਅੱਜ ਇਹਨਾਂ ਨੂੰ ਸਾਰੀ ਗੱਲਬਾਤ ਸੁਣਾ। ਸਵਈਆ ਮੰਗਲ ਨਾਥ ਸੁਨੋ ਇਸ ਬੈਨ ਕੋ। ਮੰਗਲਨਾਥ ਸੁਣ ਬਈ ਇਹਦੀ ਗੱਲ, ਸ਼ੰਭੂਨਾਥ ਦੀ ਗੱਲ ਸੁਣ। ਕੂਰਕ ਹੈ ਕਿ ਦੋ ਸੱਚ ਅਲਾਈ। ਇਹ ਝੂਠ ਕਹਿ ਰਿਹਾ ਹੈ ਕਿ ਸੱਚ ਕਹਿ ਰਿਹਾ ਹੈ? ਪਾਖਤ ਹੋ ਤੁਮ ਔਰ ਵਿਧੀ। ਤੂੰ ਕਿਸ ਵਿਧੀ ਦੇ ਨਾਲ, ਕਿਸ ਵਿਧ ਤੂੰ ਕਹਿ ਰਿਹਾ ਹੈ? ਹਮ ਕੋ ਵਿਦ ਜਾਣੈ ਹੈ ਦੇਹੋ ਬਤਾਈ। ਸਾਨੂੰ ਵੀ ਤੂੰ ਉਸ ਤਰੀਕੇ ਦੇ ਨਾਲ ਦੱਸ ਜੋ ਤੂੰ ਉੱਥੇ ਸਮਝਿਆ ਹੈ। ਪਾਖਤ ਮੰਗਲ ਆਪਣੇ ਪੰਥ ਕੀ। ਮੰਗਲ ਭਾਖਤ ਕਹਿੰਦੇ ਮੰਗਲ ਤਾਂ ਆਪਣੇ ਪੰਥ ਦੀ ਹੀ, ਮੰਗਲ ਨੇ ਤਾਂ ਆਪਣੇ ਪੰਥ ਦੀ ਹੀ। ਹੀਨਤਾ ਕੈਸੇ ਕਹੀ ਨਹਿ ਜਾਈ। ਆਪਣੇ ਮੁਖੋਂ ਆਪਣੇ ਪੰਥ ਦੀ, ਆਪਣੇ ਰਸਤੇ ਦੀ ਹੀਨਤਾ ਦੱਸੀ ਨਹੀਂ ਜਾ ਸਕਦੀ। ਸੱਚ ਕੋ ਕੂਰਕ ਹੈ ਜਗ ਜੇ। ਜੇਕਰ ਆਪਾਂ ਸੱਚ ਨੂੰ ਸੰਸਾਰ ਦੇ ਅੰਦਰ, ਮੰਗਲਨਾਥ ਹੁਣ ਆਪ ਲੱਗਾ ਕਹਿਣ ਸ਼ੰਭੂਨਾਥ ਨੂੰ ਤੇ ਜਿੰਨੇ ਵੀ ਸਿੱਧ ਬੈਠੇ ਸਨ, ਕਹਿੰਦੇ ਸੁਣੋ ਜੇ ਸੱਚ ਨੂੰ ਆਪਾਂ ਸੰਸਾਰ ਦੇ ਵਿੱਚ ਝੂਠ ਕਹਾਂਗੇ, ਨਾਰ ਪੁੰਜ ਲੱਗੈ ਅਗ ਪੁੰਨ ਭਲਾਈ। ਔਰ ਸੰਸਾਰ ਦੇ ਅੰਦਰ ਵੱਡਾ ਪਾਪ ਲੱਗੇਗਾ। ਦੋਹਰਾ ਸਭ ਆਗਮ ਸਭ ਮਤ ਜਿਤੇ। ਭਾਖਤ ਸਭ ਹੈ ਪੁਰਾਨ। ਆ ਜਿੰਨੇ ਵੀ ਵੇਦ ਸ਼ਾਸਤਰ ਜਾਂ ਪਾਕ ਪੁਰਾਣ ਹਨ, ਸਾਚ ਸਮਾਨ ਨਾ ਪੁੰਨ ਕੋ ਪਾਪ ਨਾ ਝੂਠ ਸਮਾਨ। ਔਰ ਸਾਚ ਸਮਾਨ, ਸੱਚ ਦੇ ਬਰਾਬਰ ਕਹਿੰਦੇ ਪੁੰਨ ਕੋਈ ਨਹੀਂ ਔਰ ਝੂਠ ਦੇ ਬਰਾਬਰ ਪਾਪ ਕੋਈ ਨਹੀਂ। ਇਹ ਸ਼ਬਦ ਮੰਗਲਨਾਥ ਕਹਿ ਰਿਹਾ ਹੈ ਸ਼ੰਭੂਨਾਥ ਨੂੰ, ਕਿਉਂਕਿ ਮੰਗਲਨਾਥ ਨੇ ਤਾਂ ਸਤਿਗੁਰੂ ਜੀਆਂ ਦੇ ਦੀਦਾਰ ਪਹਿਲਾਂ ਪਾ ਲਏ ਹਨ, ਦਰਸ਼ਨ ਕਰ ਲਏ ਹਨ ਮਹਾਰਾਜ ਜੀ ਦੇ। ਕਹਿੰਦੇ ਮੇਰੀ ਗੱਲ ਸੁਣੋ, ਭਾਵੇਂ ਅੱਜ ਕੋਈ ਵੀ ਉਸ ਥਾਂ ਤੇ ਹੁਣ ਆ ਕੇ ਕੁਝ ਵੀ ਤੁਸੀਂ ਆਪਣੀ ਜ਼ੁਬਾਨ ਤੋਂ, ਭਾਵੇਂ ਸ਼ੰਭੂਨਾਥ ਜੀ ਕੁਝ ਵੀ ਕਹਿੰਦੇ ਰਹੋ ਵੀ ਔਰੀਆਂ ਬੌਰੀਆਂ ਮਹਾਰਾਜ ਸੱਚੇ ਪਾਤਸ਼ਾਹ ਇਸ ਵਿਧ ਕਹਿ ਰਹੇ ਹਨ, ਪਰ ਵੱਡੀ ਗੱਲ ਇਹ ਹੈ ਸੱਚ ਬਰਾਬਰ ਪੁੰਨ ਨਹੀਂ ਔਰ ਝੂਠ ਬਰਾਬਰ ਕੋਈ ਵੱਡਾ ਪਾਪ ਨਹੀਂ ਜੋ ਤੁਸੀਂ ਇਹ ਕਹਿ ਰਹੇ ਹੋ। ਕਬਿਤ ਕਹੋ ਨਹਿ ਕੈਸਾ ਉਹ ਹੈ ਸੋ ਜੈਸਾ ਤੈਸਾ। ਉਹ ਏਦਾਂ ਦੇ ਨੇ ਪਾਤਸ਼ਾਹ ਜਿੰਨਾ ਸਮਾਨ ਹੋਰ ਕੋਈ ਨਹੀਂ ਹੈ। ਜਬ ਆਵੇਗੋ ਨਿਕਟ ਤਬ ਦੇਖ ਲੀਜੈ ਤਾਹਿ ਕੋ। ਕਹਿੰਦੇ ਜਦੋਂ ਕੋਲ ਆ ਜਾਣਗੇ ਨਾ ਉਦੋਂ ਵੇਖ ਲਿਓ ਸਾਰੇ ਰਲ ਕੇ। ਜਦੋਂ ਕੋਲ ਆ ਗਏ ਨਾ ਉਹਨਾਂ ਦੇ ਦੀਦਾਰ, ਜਦੋਂ ਕੋਲ ਆ ਗਏ ਪਾਤਸ਼ਾਹ ਉਦੋਂ ਦੀਦਾਰ ਕਰ ਲਿਓ। ਸ਼ੰਭੂਨਾਥ ਕ੍ਰੋਧ ਕਰ ਗੋਰਖ ਸੋ ਕਹੈ। ਸ਼ੰਭੂਨਾਥ ਉਹਨੇ ਇੰਨੀ ਗੱਲ ਸੁਣ ਕੇ ਬੜਾ ਗੁੱਸੇ ਵਿੱਚ ਆਇਆ ਹੈ। ਇਹ ਗੋਪ ਪਖ ਰਾਖਤ ਸੋ ਨਾਨਕ ਕੇ ਰਾਹੇ ਕੋ। ਕਹਿੰਦਾ ਮੈਨੂੰ ਪਤਾ ਹੈ ਇਹ ਅੰਦਰ ਖਾਤੇ ਉਹਨਾਂ ਨਾਲ ਰਲ ਗਿਆ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸ਼ੰਭੂਨਾਥ ਕਹਿ ਰਿਹਾ ਹੈ ਗੁਰੂ ਗੋਰਖ ਨੂੰ, ਕਹਿੰਦੇ ਆ ਜਿਹੜਾ ਤੁਹਾਡਾ
ਮੰਗਲਨਾਥ ਹੈ ਨਾ, ਇਹ ਜਿਹੜਾ ਉਸਤਤ ਕਰ ਰਿਹਾ ਹੈ ਪਾਤਸ਼ਾਹ ਦੀ, ਇਹ ਅੰਦਰੋਂ ਅੰਦਰੀ ਪਾਤਸ਼ਾਹ ਜੀਆਂ ਦੀ ਉਸਤਤ ਇਸ ਕਰਕੇ ਰੱਖ ਰਿਹਾ ਹੈ, ਇਹ ਪਾਤਸ਼ਾਹ ਜੀਆਂ ਦਾ ਪੱਖ ਕਰ ਰਿਹਾ, ਉਹਨਾਂ ਨਾਲ ਰਲ ਗਿਆ ਲੱਗਦਾ ਹੈ ਅੰਦਰੋਂ, ਤਾਂ ਜੋ ਆਪਣੇ ਵਿੱਚ ਬੈਠ ਕੇ ਪਾਤਸ਼ਾਹ ਜੀ ਦੀ ਉਸਤਤ ਕਰ ਰਿਹਾ ਹੈ। ਜਾਣਿਓ ਜੇ ਵਡੇਰੋ ਆਬ ਚੇਲੋ ਜਾਏ ਹੋਵੇ ਤਾਂ ਕੋ। ਹਾਂ, ਵੱਡੀ ਗੱਲ ਹੈ। ਸ਼ੰਭੂਨਾਥ ਬੜਾ ਖਿਜਿਆ, ਬੈਠਾ ਬੈਠਾ ਲੱਗਾ ਕਹਿਣ, ਕਹਿੰਦੇ ਜੇ ਤੈਨੂੰ ਉਹ ਜ਼ਿਆਦੇ ਹੀ ਸੂਝਵਾਨ ਲੱਗੇ ਹਨ, ਜਾ ਕੇ ਉਹਨਾਂ ਦਾ ਚੇਲਾ ਬਣ ਜਾ। ਸ਼ੰਭੂਨਾਥ ਨੇ ਮੰਗਲਨਾਥ ਨੂੰ ਇੱਕ ਇੰਨੀ ਗੱਲ ਵੀ ਕਹਿ ਦਿੱਤੀ, ਤੈਨੂੰ ਜਾਪਦਾ ਉਹ ਅਤ ਸੁਗੜ ਸਿਆਣੇ ਨੇ, ਤੂੰ ਜਾ ਕੇ ਉਹਨਾਂ ਦਾ ਚੇਲਾ ਕਿਉਂ ਨਹੀਂ ਬਣ ਜਾਂਦਾ, ਤੂੰ ਉਹਨਾਂ ਨੂੰ ਗੁਰੂ ਕਿਉਂ ਨਹੀਂ ਧਾਰਨ ਕਰ ਲੈਂਦਾ। ਸਿੱਧ ਬੇਖ ਤਜੈ ਇਹਾਂ ਬਰਜਤ ਨਾਹੇ ਕੋ। ਤੈਨੂੰ ਕੌਣ ਰੋਕ ਰਿਹਾ ਹੈ? ਜਿਹੜਾ ਤੇਰਾ ਸਿੱਧ ਬੇਖ ਹੈ, ਇਹਨੂੰ ਤੂੰ ਤਲਾਂਜਲੀ ਦੇ ਦੇ, ਇਹਨੂੰ ਤੂੰ ਛੱਡ ਦੇ। ਹੋ ਤੋਂ ਦੇਖ ਲੀਨੋ ਜਾਏ ਭਲੀ ਬਿਦ ਬਾਜ ਕੀਨੋ। ਔਰ ਤੂੰ ਤਾਂ ਚੰਗੀ ਤਰ੍ਹਾਂ ਉਸ ਥਾਂ ਤੇ ਜਾ ਕੇ ਵੇਖ ਪੀ ਲਿਆ ਹੈ। ਚੀਨਿਓ ਹਮ ਜੈਸੇ ਕਹਿਓ ਤੈਸੇ ਭੇਦ ਵਾਹੇ ਕੋ। ਔਰ ਅਸਾਂ ਵੀ ਵੇਖ ਲਿਆ, ਤੂੰ ਵੀ ਵੇਖ ਲਿਆ, ਜਿੱਦਾਂ ਤੈਨੂੰ ਠੀਕ ਲੱਗਦਾ ਉਦਾਂ ਤੂੰ ਕਰ ਲੈ, ਜਿਵੇਂ ਸਾਨੂੰ ਠੀਕ ਲੱਗਾ ਸੀ ਤਾਂ ਉਦਾਂ ਹੀ ਕਰ ਲਵਾਂਗੇ। ਇਹ ਸਾਰੀ ਸਿੱਧ ਮੰਡਲੀ ਦੇ ਅੰਦਰ ਬੈਠਿਆ ਹੋਇਆ ਸ਼ੰਭੂਨਾਥ ਬੜਾ ਖਿਜ ਕੇ ਆਪਣੀ ਜ਼ੁਬਾਨੋਂ ਇਹ ਸ਼ਬਦ ਕਹਿ ਰਿਹਾ ਹੈ। ਮੰਗਲ ਕਹਿਤ ਸੁਨ ਸ਼ੰਭੂਨਾਥ ਤੇਰੇ ਕਹੇ। ਮੰਗਲਨਾਥ ਨੇ ਫਿਰ ਇਹਨੂੰ ਪਿਆਰ ਨਾਲ ਕਿਹਾ, ਕਹਿੰਦੇ ਕੋਲ ਬੈਠ। ਸ਼ੰਭੂਨਾਥ ਜੀ ਤੇਰੇ ਕਹਿਣ ਦੇ ਨਾਲ, ਸ਼ੰਭੂਨਾਥ ਇੰਨੀ ਗੱਲ ਵੇਖ, ਤੇਰੇ ਕਹਿਣ ਦੇ ਨਾਲ ਹੋਤ ਨਹਿ ਘਾਟ ਪਾਨ ਉੱਲੂ ਜਿਵ ਜਾਨੀਏ। ਕਹਿੰਦੇ ਉੱਲੂ ਦੇ ਕੁਝ ਕਹਿਣ ਦੇ ਨਾਲ, ਜਾਂ ਉੱਲੂ ਦਿਨ ਦੇ ਸਮੇਂ ਹਨੇਰੇ ਵਿੱਚ ਬੈਠ ਕੇ ਕਹਿ ਦਵੇ ਵੀ ਮੈਂ ਸੂਰਜ ਦਾ ਚਾਨਣ ਘੱਟ ਕਰ ਦਿੱਤਾ, ਉੱਲੂ ਦਾ ਭੁਲੇਖਾ, ਬੈਠਾ ਆਪ ਹਨੇਰੇ ਵਿੱਚ ਹੈ। ਉੱਲੂ ਆਪ ਹਨੇਰੇ ਵਿੱਚ ਹੈ, ਤੇਰੇ ਕਹਿਣ ਦੇ ਨਾਲ ਜਾਂ ਉੱਲੂ ਦੇ ਕਹਿਣ ਦੇ ਨਾਲ ਸੂਰਜ ਦਾ ਪ੍ਰਕਾਸ਼ ਘਟਣ ਨਹੀਂ ਲੱਗਾ, ਤੇਰੇ ਕਹਿਣ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਮਹਾਤਮ ਘਟਣ ਨਹੀਂ ਲੱਗਾ। ਸਤਿ ਸ੍ਰੀ ਅਕਾਲ। ਇਹ ਜਿਹੜੇ ਬੋਲ ਸਨ ਸਾਧ ਸੰਗਤ ਜੀ, ਉਸ ਥਾਂ ਤੇ ਸਿੱਧ ਮੰਡਲੀ ਦੇ ਅੰਦਰ ਮੰਗਲਨਾਥ ਨੇ ਸ਼ੰਭੂਨਾਥ ਨੂੰ ਬੜੇ ਪ੍ਰੇਮ ਸਹਿਤ ਸਮਝਾਏ ਹਨ। ਕਹਿੰਦੇ ਮੈਂ ਉਹਨਾਂ ਦੇ ਨਜ਼ਦੀਕ ਗਿਆ ਹਾਂ, ਕੋਈ ਵੀ ਆਪਾਂ ਉਹਨਾਂ ਨੂੰ ਪ੍ਰਸ਼ਨ ਕੀਤਾ ਹੈ, ਉਹਨਾਂ ਨੇ ਸਾਰੇ ਆਪਣੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। ਆਓ ਆਪਾਂ ਉਹਨਾਂ ਤੋਂ ਪ੍ਰੇਮ ਸਹਿਤ ਆਪਾਂ ਕੁਝ ਸਿੱਖ ਸਕੀਏ, ਹਿਰਦੇ ਦਾ ਅਹੰਕਾਰ ਆਪਾਂ ਆਪਣਾ ਦੂਰ ਕਰਵਾ ਲਈਏ। ਸਾਧ ਸੰਗਤ ਜੀਓ, ਇਹ ਬੋਲ ਮੰਗਲਨਾਥ ਸ਼ੰਭੂਨਾਥ ਨੂੰ ਕਹਿ ਰਿਹਾ ਹੈ। ਜੋਗੀ ਜੋਗ ਨਾਹੀ ਹੋਏ ਭਲੋ ਤਾਂ ਕੋ ਬੁਰੇ ਭਾਖੈ। ਜੋਗੀਆਂ ਤੋਂ ਭਾਵ ਜਿਹੜਾ ਆਪਣੇ ਕੋਲੋਂ ਜਿਹੜੇ ਸਬੇਦ ਜੋਗ ਭਾਵ ਨਹੀਂ ਕਮਾਇਆ ਗਿਆ। ਪੂਜਾ ਦੇਖ ਸਿੱਧਨ ਕੋ ਕੈਸੇ ਕਹਿ ਬਖਾਨੀਏ। ਹੋਰ ਜਿਹੜੇ ਸਿੱਧ ਹਨ ਉਹਨਾਂ ਬਾਬਤ ਕਿਸ ਬੇਦ ਕਹਾਂਗੇ। ਚੇਲੇ ਹੋਏ ਵਾਰ ਵਾਰ ਗਹੀਐ ਰੇ ਨਾਰ ਤਾਂ ਕੀ। ਕਹਿੰਦੇ ਤੁਸੀਂ ਜਾਓ, ਉਹਨਾਂ ਦਾ ਤੁਸੀਂ ਜਾ ਕੇ ਪੱਖ ਕਰ ਲਵੋ। ਸ਼ੰਭੂਨਾਥ ਕਹਿ ਰਿਹਾ ਹੈ ਸੰਤ ਆਗੇ ਸੰਤ ਨਿਵੈ ਚੋਰ ਚੋਰ ਮਾਨੀਏ। ਔਰ ਜਿਹੜੇ ਮਾਲਕ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਸੰਤਾਂ ਦੇ ਅੱਗੇ ਤਾਂ ਸੰਤ ਨਿਭ ਜਾਂਦੇ ਹਨ। ਹੋਏ ਜੋ ਹੰਕਾਰੀ ਮਨ ਨਿਵੈ ਨਾ ਬਿਕਾਰੀ ਕਬ। ਜਿਹੜਾ ਅਹੰਕਾਰੀ ਹੋ ਜਾਏ ਸ਼ੰਭੂਨਾਥ, ਉਹਦਾ ਅੰਦਰ ਨਹੀਂ ਨਿਭਦਾ। ਐਸੀ ਬਾਤ ਕੀਏ ਜੋਗ ਪੂਰੋ ਨਾ ਪਛਾਨੀਏ। ਜੇ ਐਸੀਆਂ ਗੱਲਾਂ ਹਨ ਤਾਂ ਸਮਝ ਲੈ ਤੇਰਾ ਜੋਗ ਪੂਰਾ ਨਹੀਂ ਹੋਇਆ। ਸ਼ੰਭੂਨਾਥ ਲੱਜਤ ਹੈ ਸਿੱਧਨ ਸੋ ਬੂਝੈ ਤਬ। ਸ਼ੰਭੂਨਾਥ ਬੜਾ ਲੱਜਤ ਹੋ ਕਰਕੇ ਬਾਕੀਆਂ ਨੂੰ ਲੱਗਾ ਪੁੱਛਣ, ਕੈਸੀ ਬਿਦ ਦੇਖਾ ਤੁਮ ਸਭ ਹੀ ਬਤਾਈਏ। ਕਹਿੰਦੇ ਸਾਰਿਆਂ ਨੂੰ ਬਾਕੀਆਂ ਨੂੰ ਪੁੱਛ ਲਿਆ ਵੀ ਤੁਸੀਂ ਦੱਸੋ, ਤੁਸੀਂ ਵੀ ਤਾਂ ਮੇਰੇ ਤੋਂ ਪਹਿਲਾਂ ਗਏ ਸੋ। ਗੋਰਖ ਕਹਿਤ ਤੁਮ ਰਾਰ ਪਾਈ ਘਰ ਮਾਹੇ। ਗੋਰਖਨਾਥ ਲੱਗਾ ਕਹਿਣ, ਕਹਿੰਦੇ ਬਾਕੀ ਵੀ ਆਏ ਸਨ ਪਰ ਬਾਕੀਆਂ ਨਾਲੋਂ ਘਰ ਵਿੱਚ ਰੌਲਾ ਸ਼ੰਭੂਨਾਥ ਤੂੰ ਹੀ ਜ਼ਿਆਦਾ ਪਾਇਆ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਜੀਆਂ ਦੇ ਨਾਲ ਲੜਨ ਝਗੜਨ ਵਾਸਤੇ ਆਏ, ਆਪਣੇ ਹੀ ਉਹਨਾਂ ਦੇ ਘਰ ਕਲੇਸ਼ ਪੈ ਗਿਆ। ਸ਼ੰਭੂਨਾਥ ਬਾਕੀ ਵੀ ਵਿਚਾਰ ਕਰਕੇ ਆਏ ਹਨ, ਪਰ ਬਾਕੀਆਂ ਨੇ ਆਣ ਕੇ ਇਸ ਵਿਦ ਰੌਲਾ ਰਾਰ ਨਹੀਂ ਘਰ ਦੇ ਅੰਦਰ ਪਾਈ। ਹਾਰ ਆਏ ਤਾਂ ਤਿਨ ਹੈ ਬਾਦ ਕੋ ਅਲਾਈਏ। ਜੇ ਹਾਰ ਆਇਆ ਹੈ ਕੋਈ ਵੀ ਤੂੰ ਝਗੜਾ ਨਾ ਕਰ। ਕਾਹੂ ਕੋ ਸ਼ਰੀਕਤ ਨਾ ਕੀਜੈ ਮਨ ਮਾਨ ਧਰ। ਹਾਂ, ਜੇ ਕੋਈ ਐਸਾ ਆਪਾਂ ਨੂੰ ਅੱਗੋਂ ਮਿਲ ਹੀ ਗਿਆ ਹੈ, ਹਿਰਦੇ ਅੰਦਰ ਅਹੰਕਾਰ ਨਾ ਕਰ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਨੇ ਨਾ ਇਸੇ ਪ੍ਰਕਰਨ ਤੇ ਬੜਾ ਸੋਹਣਾ ਇੱਕ ਕਵਿਤ ਉਹਨਾਂ ਨੇ ਅੰਕਿਤ ਕੀਤਾ।
ਕਹਿੰਦੇ ਜੇ ਕਿਸੇ ਥਾਂ ਤੇ ਆਪਾਂ ਨੂੰ ਕਿਤੋਂ ਵੀ ਕੋਈ ਗੁਣ ਮਿਲਦਾ ਹੋਵੇ, ਆਪਾਂ ਉਹਦਾ ਔਗਣ ਵੇਖ ਕੇ ਗੁਣਾਂ ਨੂੰ ਛੱਡੀਏ ਨਾ, ਬਲਕਿ ਉਹਦੇ ਗੁਣਾਂ ਨੂੰ ਧਾਰਨ ਕਰ ਲਈਏ। ਮੋਰ ਨੇ ਪੈਲ ਪਾਈ, ਬੜੀ ਮਨ ਨੂੰ ਸੋਹਣੀ ਲੱਗੀ, ਪਰ ਕਿਸੇ ਨੇ ਕਹਿ ਦਿੱਤਾ ਛੱਡੋ ਜੀ, ਇਹਦੀ ਮੋਰ ਦੀ ਪੈਲ ਨੂੰ ਇਹਦੇ ਪੈਰ ਵੇਖੋ, ਪੈਰ ਕਿੱਡੇ ਗੰਦੇ ਹਨ। ਕਹਿੰਦੇ ਨਹੀਂ, ਜਿੱਥੋਂ ਵੀ ਆਪਾਂ ਨੂੰ ਕਿਸੇ ਵਿਦ ਕੋਈ ਗੁਣ ਮਿਲਦਾ ਹੋਵੇ, ਉਸ ਥਾਂ ਤੋਂ ਜ਼ਰੂਰ ਗੁਣ ਧਾਰਨ ਕਰ ਲਈਏ। ਗੁਣਾ ਕਾ ਹੋਵੇ ਵਾਸੁਲਾ ਕਢਵਾਸ ਲਈ ਜਾ, ਜੇ ਗੁਣ ਹੋਵਨ ਸਾਜ ਨਾ ਮਿਲ ਸਾਂਝ ਕਰੀਜਾ। ਉਸ ਥਾਂ ਤੇ ਗੁਣਾ ਦੀ ਸਾਂਝ ਕਰੀਏ, ਸਾਂਝ ਕਰੀਜਾ ਗੁਣਾ ਕੇਰੀ, ਛੋੜ ਔਗਣ ਚੱਲੀ ਹੈ। ਤੇ ਗੋਰਖਨਾਥ ਨੇ ਵੀ ਇਹਨੂੰ ਹੁਣ ਸਮਝਾਉਣਾ ਕੀਤਾ, ਤੋਤੇ ਲੱਗ ਹੋਏ ਜਾਏ ਤਾਹੇ ਕੋ ਹਟਾਈਏ। ਕਹਿੰਦੇ ਤੂੰ ਵੀ ਉਸ ਥਾਂ ਤੇ ਗਿਆ ਸੈਂ ਜਿੱਥੋਂ ਵੀ ਭਾਵ ਕੋਈ ਗੁਣ ਮਿਲਦਾ। ਤੁਮ ਤੇ ਵਿਸਾਲ ਜੀਤ ਲੀਨੇ ਤਾਤਕਾਲ ਤਿਨ, ਤੇਰੇ ਤੋਂ ਵੱਡੇ ਉਹਨਾਂ ਨੇ ਵੱਡੇ ਵੱਡੇ ਜਿੱਤ ਲਏ ਹਨ। ਆਬਲੋ ਨਾ ਜਾਣੇ ਔਰ ਕੈਸੇ ਕਹਿ ਜਨਾਈਏ। ਅਜੇ ਤੱਕ ਤੁਸੀਂ ਉਹਨਾਂ ਨੂੰ ਨਹੀਂ ਜਾਣਿਆ। ਸਿੱਧ ਸਾਧੂ ਕੋ ਬਾਤ ਐਸੀ ਕਰੀਏ ਚਾਹੀਏ ਜੋ, ਸਿੱਧ ਸਾਧਾਂ ਨੂੰ ਜਿਨ੍ਹਾਂ ਨੂੰ ਅਜਿਹੀ ਬਾਤ ਕਰਨੀ ਚਾਹੀਦੀ ਹੈ। ਉੱਚਾ ਸਭ ਜਾਣਨ ਨੀਚੋ ਆਪ ਮਨ ਕੀਜੀਏ। ਬਾਕੀਆਂ ਨੂੰ ਉੱਚਾ ਤੇ ਆਪਣੇ ਆਪ ਨੂੰ ਨੀਵਾਂ ਰੱਖਣਾ ਚਾਹੀਦਾ ਹੈ। ਹੋ ਹੀ ਗਿਆਨੀ ਧਿਆਨੀ ਵੱਡ ਗੁਣੀ ਹੋ ਸੁਜਾਨੀ। ਮੈਂ ਹੀ ਵੱਡਾ ਗਿਆਨੀ ਹਾਂ, ਮੈਂ ਹੀ ਵੱਡਾ ਧਿਆਨੀ ਹਾਂ, ਮੈਂ ਹੀ ਵੱਡਾ ਗੁਣੀ ਹਾਂ। ਇਹ ਆਪਣੇ ਹਿਰਦੇ ਤੋਂ ਅਹੰਕਾਰ ਦੂਰ ਕਰੋ ਸ਼ੰਭੂਨਾਥ। ਇਹ ਵੱਡਾ ਅਹੰਕਾਰ ਹੈ ਵੀ ਮੈਂ ਹੀ ਵੱਡਾ ਮਰਾਤਬਾ ਪਾਲਿਆ, ਮੇਰੇ ਜੈਸਾ ਕੋਈ ਹੋਰ ਨਹੀਂ। ਧਾਰਮਿਕ ਦੁਨੀਆ ਦੇ ਅੰਦਰ ਜਿਹੜੀ ਸਭ ਤੋਂ ਵੱਡੀ ਰੁਕਾਵਟ ਹੈ, ਅੱਜ ਇਹੋ ਹੀ ਵੱਡੀ ਰੁਕਾਵਟ ਹੈ। ਮੈਂ ਹੀ ਸਾਰਿਆਂ ਨਾਲੋਂ ਸੁਗੜ ਸਿਆਣਾ ਹਾਂ। ਜਦੋਂ ਤੱਕ ਹਿਰਦੇ ਦੇ ਅੰਦਰ ਇਹ ਹੋਵੇਗੀ, ਉਦੋਂ ਤੱਕ ਇਸ ਧਾਰਮਿਕ ਜਗਤ ਦੇ ਅੰਦਰ ਪੈਰ ਅਗਾ ਨਹੀਂ ਪਾਇਆ ਜਾਣਾ। ਜੋ ਐਸੇ ਮਨ ਮਾਨੀ ਸੋ ਤਿਆਗ ਮਤ ਦੀਜੀਏ। ਹਾਂ ਸ਼ੰਭੂਨਾਥ, ਜੇ ਕੋਈ ਐਸੀ ਮਤ ਹੈ ਉਹਨੂੰ ਹੁਣੇ ਹੀ ਆਪਾਂ ਤਿਆਗ ਦਈਏ। ਸੰਤ ਸਾਧ ਦੀਰਘ ਹੈ, ਦੀਰਘ ਤੇ ਦੀਰਘ ਹੈ। ਜਿਹੜੇ ਸੰਤ ਸਾਧੂ ਸੁਭਾਅ ਹਨ ਉਹ ਭਾਈ ਦੀਰਘ ਹਨ, ਡੂੰਘੇ ਹਨ, ਡੂੰਘਿਆਂ ਤੋਂ ਵੀ ਅਤਿਅੰਤ ਗਹਿਰ ਗੰਭੀਰ ਹਨ। ਮਾਨ ਕੋ ਬਿਦਾਰੀ ਸੋ ਨਿਰੰਜਨ ਲਹੀਜੀਏ। ਮਾਨ ਨੂੰ ਦੂਰ ਕਰਕੇ ਉਸ ਪਰਿਪੂਰਨ ਪਰਮਾਤਮਾ ਦੇ ਚਰਨ ਕਮਲਾਂ ਸੰਗ ਜੁੜੀਏ। ਸੁਨੇ ਪਾਰੇ ਗੁਣ ਨਹੀਂ ਕੀਜੈ ਮਤ ਸਰ ਮਨ। ਉਹਨਾਂ ਦੇ ਗੁਣ ਸੁਣ ਕਰਕੇ ਆਪਣੇ ਹਿਰਦੇ ਅੰਦਰ ਈਰਖਾ ਨਾ ਕਰੀਏ, ਆਪਣੇ ਹਿਰਦੇ ਵਿੱਚੋਂ ਈਰਖਾ ਦਵੈਸ਼ ਦੂਰ ਕਰੀਏ। ਤਾਂ ਕੋ ਜਸ ਅਗਨ ਮੈਂ ਤਨ ਨਾ ਫੁਕੀਜੀਏ। ਉਹਨਾਂ ਦੇ ਜਸ ਦੇ ਅੰਦਰ ਪਰਾਈ ਅੱਗ ਦੇ ਅੰਦਰ ਆਪ ਨਾ ਸੜੀਏ। ਉਹਨਾਂ ਦੇ ਜਸ ਦੇ ਅੰਦਰ ਆਪਣਾ ਆਪ ਅੰਦਰ ਨਾ ਸਾੜੀਏ। ਇਹ ਜਿਸ ਨੂੰ ਮਾਲਕ ਨੇ ਵਡਿਆਈ ਜਸ ਦੇਣਾ ਹੈ ਭਾਈ, ਉਹਨੂੰ ਦੇ ਹੀ ਦੇਣਾ ਹੈ। ਕਿਸੇ ਦਾ ਜਸ ਹੁੰਦਾ ਹੋਵੇ, ਜੀਵ ਉਸ ਅੱਗ ਦੇ ਅੰਦਰ ਆਪ ਨਾ ਸੜੇ। ਕਿਸੇ ਦੀ ਵਡਿਆਈ ਹੋ ਰਹੀ ਹੈ, ਕਿਸੇ ਦਾ ਜਸ ਹੋ ਰਿਹਾ ਹੈ। ਗੋਰਖਨਾਥ ਸ਼ੰਭੂਨਾਥ ਨੂੰ ਇਹ ਸਮਝਾ ਰਹੇ ਹਨ ਕੋਲ ਬਿਠਾ ਕੇ। ਕਹਿੰਦੇ ਐਸ ਜਿਹੀ ਅੱਗ ਦੇ ਅੰਦਰ ਆਪ ਨਾ ਸੜੀਏ। ਸਵਈਆ ਹੋਏ ਗਇਓ ਤਬ ਗੋਰਖ ਤੂਸ਼ਨ। ਇੰਨੀ ਗੱਲ ਸੁਣ ਕਰਕੇ ਗੋਰਖਨਾਥ ਤੂਸ਼ਨ ਚੁੱਪ ਕਰ ਗਏ। ਬੈਨ ਸੁਨੇ ਸ਼ੰਭੂਨਾਥ ਲੱਜਾਵਾ। ਔਰ ਬਚਨ ਸੁਣ ਕਰਕੇ ਸ਼ੰਭੂਨਾਥ ਲੱਜਤ ਹੋ ਗਿਆ। ਜੋ ਰਿਸ ਪਾਵਕ ਬੀਚ ਹਿਰਦੈ ਮਨ। ਜਿਹੜੀ ਹਿਰਦੇ ਦੇ ਅੰਦਰ ਭਾਵ ਜਿਹੜੀ ਅੱਗ ਲੱਗੀ ਹੋਈ ਸੀ ਮਤਸਰ ਈਰਖਾ ਦੀ, ਜਾਰਤ ਪਾਨੈ ਹੈ ਬੈਨ ਅਲਾਵਾ। ਉਹ ਮਨ ਨੂੰ ਸਾੜਨ ਲੱਗੀ, ਮੁਖੋਂ ਕੋਈ ਵੀ ਇਹਨੇ ਬਚਨ ਨਾ ਕੀਤਾ। ਮੰਗਲਨਾਥ ਵੱਡੋ ਬਿਗਸਾ। ਮੰਗਲਨਾਥ ਜੋ ਸੁਗੜ ਸਿਆਣਾ ਕੋਲ ਬੈਠਾ ਹੋਇਆ, ਹਿਰਦੇ ਅੰਦਰ ਬੈਠੇ ਹੋਏ ਸੋਚਣ ਵਿਚਾਰਨ ਲੱਗਾ। ਤਬ ਭਾਨ ਯੋਗੇ ਜੀਵ ਕੰਜ ਸੁਹਾਵਾ। ਔਰ ਪ੍ਰਸੰਨ ਇਸ ਵਿਦ ਸਤਿਗੁਰੂ ਮਹਾਰਾਜ ਜੀਆਂ ਦੇ ਸੰਗ ਮਿਲ ਕਰਕੇ ਜਿਵੇਂ ਸੂਰਜ ਉਦੇ ਹੋਵੇ ਤੇ ਕਮਲ ਖਿੜ ਪੈਂਦਾ ਹੈ। ਸ਼੍ਰੀ ਗੁਰੂ ਨਾਨਕ ਭੇਦ ਜੇ ਜਾਣਤ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਭੇਦ ਨੂੰ ਜਾਣਨ ਵਾਲੇ। ਦੇਖ ਹਸੀ ਕਰ ਹੈ ਮੁਸਕਾਵਾ। ਔਰ ਭਾਵ ਸਾਧ ਸੰਗਤ ਜੀਓ ਮੰਗਲਨਾਥ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਬਚਨਾਂ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਇਸ ਮਿਲਣੀ ਤੋਂ ਅਤਿਅੰਤ ਹਿਰਦੇ ਅੰਦਰ ਪ੍ਰਸੰਨ ਹੋਇਆ।
ਕਬਿਤ ਗੋਪੀ ਚੰਦ ਪਾਖੈ ਸੁਨੋ ਮੰਗਲ ਮਹਾਨ ਜੋਗੀ। ਹੁਣ ਹੱਥ ਜੋੜ ਕੇ ਗੋਪੀ ਚੰਦ ਲੱਗਾ ਕਹਿਣ, ਕਹਿੰਦੇ ਜੀ ਮੰਗਲ ਨਾਥ ਜੀ ਮੇਰੀ ਗੱਲ ਸੁਣੋ। ਸਿੱਧ ਸਾਧੂ ਕੋਈ ਐਸੀ ਰੀਤ ਨਹੀਂ ਚਾਹੀਏ। ਸਿੱਧਾ ਸਾਧਾਂ ਨੂੰ ਅਜਿਹੀ ਰੀਤ ਨਹੀਂ ਚਾਹੀਦੀ। ਸੰਤ ਜੋ ਅਤੀਤ ਤਾਂ ਕੀ ਨਿੰਦਾ ਕੋ ਬਖਾਨ ਕਰੈ। ਜੋ ਕੋਈ ਸੰਤਾਂ ਦੀ ਮਹੰਤਾਂ ਦੀ ਜੀ ਕੋਈ ਨਿੰਦਿਆ ਕਰੇ, ਲੈ ਕੇ ਅਨਮੋਲੇ ਪਾਪ ਸੀਸ ਨਾ ਚੜਾਈਏ। ਕਹਿੰਦੇ ਆਪਣੇ ਹਿਰਦੇ ਦੇ ਉੱਪਰ ਆਪਣੇ ਅੰਦਰ ਉਹਨਾਂ ਦੀ ਨਿੰਦਿਆ ਕਰਕੇ ਆਪਣੇ ਜੀਵਨ ਦੇ ਅੰਦਰ ਅਨਮੋਲੇ ਪਾਪ ਹਿਰਦੇ ਅੰਦਰ ਨਾ ਚੜਾਈਏ। ਜਿਵੇਂ ਸਤਿਕਾਰਯੋਗ ਬਾਬਾ ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਸੰਤਾਂ ਕਉ ਮਤ ਕੂ ਨਿੰਦੋ ਸੰਤ ਰਾਮ ਹੈ ਏਕੋ। ਕਹਿੰਦੇ ਉਹ ਨਿੰਦਾ ਸੰਤਾਂ ਦੀ ਨਹੀਂ, ਉਹ ਤਾਂ ਨਿੰਦਾ ਰਾਮ ਦੀ ਹੈ ਸਿੱਧੀ। ਸੰਤਾਂ ਕੋ ਮਤ ਕੂ ਨਿੰਦੋ ਸੰਤ ਰਾਮ ਹੈ ਏਕੋ, ਕਹ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਬੇਕੋ। ਭਾਈ ਅਜਿਹੇ ਮਹਾਨ ਪੁਰਸ਼ਾਂ ਦੀ ਸੰਤ ਆਤਮਾ ਦੀ ਨਿੰਦਿਆ ਨਹੀਂ ਕਰਨੀ ਚਾਹੀਏ। ਚਰਚਾ ਜੇ ਕੀਜੈ ਕ੍ਰੋਧ ਹਿਰਦੈ ਤੇ ਨਿਵਾਰ ਦੀਜੈ। ਜੇ ਚਰਚਾ ਕਰੋ ਤੇ ਹਿਰਦੇ ਤੋਂ ਕ੍ਰੋਧ ਦੂਰ ਕਰੋ। ਸ਼ੁਭ ਵਾਕ ਸੁਨੈ ਸ਼ੁਭ ਤਾਂ ਕੋ ਸੁਨਾਈਏ। ਸ਼ੁਭ ਵਾਕ ਸੁਣੋ ਤੇ ਸ਼ੁਭ ਵਾਕ ਸੁਣਾਓ। ਚਰਚਾ ਦੀ ਵੱਡੀ ਇਹੋ ਨਿਸ਼ਾਨੀ ਹੈ। ਸਾਹਿਬ ਜੀ ਦੀ ਜਿਹੜੀ ਪਾਵਨ ਪਵਿੱਤਰ ਇਹ ਬਾਣੀ ਹੈ ਨਾ ਸਾਧ ਸੰਗਤ ਜੀਓ, ਸਿੱਧ ਗੋਸ਼ਟ ਮਹਾਰਾਜੀਆਂ ਦੀ ਬਾਣੀ। ਗੋਸ਼ਟ ਦਾ ਮਤਲਬ ਹੀ ਚਰਚਾ ਹੈ। ਗੋਸ਼ਟ ਕਿਸੇ ਦੇ ਨਾਲ ਗੋਸ਼ਟੀ ਕਰਨੀ। ਗੋਸ਼ਟ ਦੇ ਜਿਹੜੇ ਅਰਥ ਨੇ ਇਹਦੇ ਅਰਥ ਹੀ ਬਣਦੇ ਨੇ ਚਰਚਾ, ਜਿੱਥੇ ਸਿੱਧਾ ਨਾਲ ਜਿਸ ਵਿਦ ਚਰਚਾ ਹੋਈ ਹੈ। ਮੰਗਲ ਨਾਥ ਜੀ ਹਿਰਦੇ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਮਤਸਰ ਆਦ ਨਹੀਂ ਧਰਨਾ। ਆਵੇ ਹਾਰ ਹਾਰ ਕਰਨ ਨਿੰਦਾ ਕੋਈ ਉਚਾਰ। ਜੇ ਕੋਈ ਹਾਰ ਕੇ ਆ ਜਾਏ ਤਾਂ ਨਿੰਦਾ ਨਾ ਕਰੇ। ਪੁਨ ਲਾਜ ਬਿਨ ਜੀਵੈ ਨਿਜ ਜੋਗ ਕੋ ਲਜਾਈਏ। ਔਰ ਲਾਜ ਸਹਿਤ ਜੀਵਦਾ ਹੈ ਤਥਾ ਜੋਗ ਨੂੰ ਵੀ ਉਹ ਜੋਗ ਮਤ ਨੂੰ ਵੀ ਲੱਜਤ ਕਰਦਾ ਹੈ। ਸਵਈਆ ਮੰਗਲ ਨਾਥ ਕਹੈ ਸਤ ਭਗਤ। ਮੰਗਲ ਨਾਥ ਨੇ ਕਿਹਾ ਹਾਂ ਤੁਸੀਂ ਸਹੀ ਕਿਹਾ ਹੈ। ਐਸੇ ਕਰੈ ਸਿੱਧ ਸਾਧਕ ਜੋਈ। ਜੇ ਕੋਈ ਅਜਿਹੇ ਸਿੱਧ ਸਾਧਕ ਜੇ ਕੋਈ ਅਜਿਹੇ ਕਾਰਜ ਕਰਦਾ ਹੈ, ਹੋਏ ਨਿਰੰਜਨ ਕੀ ਕਰੁਣਾ ਤਬ। ਉਹ ਜੇ ਪਰਿਪੂਰਨ ਪਰਮਾਤਮਾ ਨਿਰੰਜਨ ਦੀ ਤਰਸ ਜੇ ਉਹਦੀ ਰਹਿਮਤ ਹੋ ਜਾਏ, ਪਾਵਤ ਆਗਤ ਔਰ ਨ ਕੋਈ। ਤਾਂ ਉਹ ਪਰਿਪੂਰਨ ਪਰਮਾਤਮਾ ਦੀ ਰਹਿਮਤ ਦੇ ਸਦਕਾ ਹੀ ਉਹ ਜੀਵਨ ਦੇ ਅੰਦਰ ਇਹ ਸ਼ੁਭ ਗਤ ਪਾ ਸਕਦਾ ਹੈ। ਜੇ ਉਹਦੀ ਰਹਿਮਤ ਹੋ ਜਾਏ, ਮਨ ਰਹਿ ਮਨ ਮਾਨ ਕਨੋ ਨਹਿ। ਜੇ ਹਿਰਦੇ ਦੇ ਵਿੱਚੋਂ ਮਾਣ ਵੱਡਾ ਚਲਾ ਜਾਏ, ਜਾਣਤ ਆਨ ਸਮਾਨ ਜੇ ਹੋਈ। ਔਰ ਆਪਣੇ ਆਪ ਨੂੰ ਵੱਡਾ ਨਾ ਜਾਣੇ, ਜੋਗ ਤੇ ਹੀ ਨ ਰਹਿ ਨਰ ਤੇ। ਜੇ ਕੋਈ ਜੋਗ ਤੋਂ ਹੀਨਾ ਰਹਿ ਜਾਏ, ਮਹਿਮਾਨ ਹੈ ਮਨ ਹੈ ਸੰਤਨ ਸੋਈ। ਔਰ ਸੰਤਾਂ ਦੀ ਉਹ ਮਹਿਮਾ ਨੂੰ ਨਹੀਂ ਜਾਣਦੇ। ਦੋਹਰਾ ਇਸ ਬਿਦ ਕਰਤ ਸੁਮੇਰ ਪਰ ਸਰਬ ਸਿੱਧ ਮਿਲ ਬਾਦ। ਸਾਧ ਸੰਗਤ ਜੀਓ ਇਸ ਪ੍ਰਕਾਰ ਸੁਮੇਰ ਪਰਬਤ ਦੇ ਉੱਪਰ ਜਿਹੜੀ ਇਸ ਵਿਦ ਸਾਧ ਸੰਗਤ ਜੀ ਉੱਥੇ ਵਿਚਾਰ ਹੋਈ। ਭਇਓ ਤੇ ਆਏ ਪੂਰਨ ਅਬੈ ਸ਼੍ਰੀ ਸਤਿਗੁਰੂ ਪ੍ਰਸਾਦ। ਔਰ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਸਾਧ ਸੰਗਤ ਜੀਓ ਇੱਥੇ ਅਧਿਆਏ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਦੇ ਸਦਕਾ ਇਹ ਅਧਿਆਏ ਸੰਪੰਨ ਹੋਇਆ ਹੈ। ਜਿੱਥੋਂ ਤੱਕ ਇਸ ਅਧਿਆਏ ਦੇ ਅੰਦਰ ਮਹਾਰਾਜੀਆਂ ਦੇ ਕੋਲ ਗੋਪੀ ਚੰਦ, ਈਸਰਨਾਥ, ਲੰਗਰਨਾਥ, ਸ਼ੰਭੂਨਾਥ ਔਰ ਜਿਹੜਾ ਇਹਨਾਂ ਵਿੱਚੋਂ ਸੁਗੜ ਸਿਆਣਾ ਸੀ ਮੰਗਲਨਾਥ, ਉਹ ਮਹਾਰਾਜੀਆਂ ਦੇ ਕੋਲ ਵਿਚਾਰ ਵਾਸਤੇ ਮਹਾਰਾਜੀਆਂ ਦੇ ਕੋਲ ਆਏ ਹਨ। ਔਰ ਸਿੱਧਾਂ ਦੇ ਨਾਲ ਜਿਹੜੀ ਵਿਚਾਰ ਹੈ ਉਹ ਅਜੇ ਹੋਰ ਵੀ ਪ੍ਰਸੰਗ ਹਨ, ਜਿੱਥੇ ਫਿਰ ਸਤਿਗੁਰੂ ਜੀਆਂ ਨੇ ਇਹਨਾਂ ਨੂੰ ਪਾਵਨ ਪਵਿੱਤਰ ਗੁਰੂ ਦੇ ਸ਼ਬਦਾਂ ਦੇ ਰਾਹੀਂ ਸਾਧ ਸੰਗਤ ਜੀਓ ਉਪਦੇਸ਼ ਮਹਾਰਾਜੀਆਂ ਨੇ ਬਖਸ਼ਣਾ ਹੈ। ਜਦੋਂ ਸਤਿਗੁਰੂ ਜੀ ਸੁਮੇਰ ਪਰਬਤ ਤੇ ਕਿਸ ਬਿਦ ਗਏ, ਕਿਸ ਬਿਦ ਵਿਚਾਰ ਹੋਈ, ਅਗਲੇਰੇ ਪ੍ਰਸੰਗਾਂ ਵਿੱਚ ਆਪਾਂ ਇਹ ਸਾਰਾ ਅਧਿਆਏ ਅਗਾ ਸਰਵਣ ਕਰਾਂਗੇ। ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੇ ਅਚੁਤ ਹੇ ਪਾਰ ਬ੍ਰਹਮਾ